ਇਹਦੇ ਵਿੱਚ ਆਪਾਂ ਇੱਕ ਗੱਲ ਹੋਰ ਵੀ ਸੰਗਤ ਦੇ ਨਾਲ ਸਾਂਝੀ ਕਰਨੀ ਜੀ ਬਈ ਕਿੰਨੇ ਰਸ ਪੜ੍ਹੇ ਜਾਂਦੇ ਆ ਤੁਹਾਡੀ ਜਿਹੜੀ ਕਲਾ ਆ, ਜਿਹੜੇ ਛੰਦ ਗਾਏ ਜਾਂਦੇ ਆ, ਬੈਂਤ ਗਾਏ ਜਾਂਦੇ ਆ? ਦੇਖੋ ਅਸਲ ਵਿੱਚ ਤਾਂ ਭਾਈ ਕਾਹਨ ਸਿੰਘ ਜੀ ਨਾਭਾ ਜੀ ਹੋਣਾ ਨੇ ਜੀ, ਉਹਨਾਂ ਨੇ ਤਾਂ 9 ਰਸਾਂ ਦੀ ਬਾਤ ਕੀਤੀ ਹੈ। ਠੀਕ ਹੈ ਜੀ। ਪਰ ਢਾਡੀ ਕਲਾ ਦੇ ਵਿੱਚ ਠੀਕ ਹੈ, ਹਾਸ ਰਸ ਵੀ ਹੈ, ਸ਼ਾਂਤ ਰਸ ਵੀ ਹੈ, ਪਰ ਉਹਨਾਂ ਦੇ ਨਾਲ ਜਿਹੜੀ ਵੀਰਤਾ, ਵੀਰ ਰਸ ਹੈ ਜੀ, ਢਾਡੀ ਕਲਾ ਦੇ ਵਿੱਚ ਉਸ ਨੂੰ ਅਹਿਮ ਥਾਂ ਦਿੱਤਾ ਜਾਂਦਾ ਜੀ। ਬਾਕੀ ਇਹਦੇ ਵਿੱਚ ਵੱਖੋ ਵੱਖਰੇ ਛੰਦਾਬੰਦੀ ਆ ਜਿਹੜੀ 9 ਨੇ ਜੀ, ਸਾਕਾ, ਸੱਸੀ, ਕੋਰੜਾ, ਗੋਪੀ ਚੰਦ, ਪੌੜੀ ਜੀ, ਢਾਈਆ, ਮਿਰਜ਼ਾ, ਵਾਰ ਇਤਿਆਦਿਕ, ਇਹ ਸਾਰੇ ਛੰਦ ਨੇ ਜਿਹੜੇ ਬਜ਼ੁਰਗ ਲਗੋਜੀਆਂ ਦਾ ਤੁਹਾਨੂੰ ਬਹੁਤ ਫਰਮਾਇਸ਼ ਕਰਦੇ ਹੁੰਦੇ ਨਾ ਜੀ। ਦੇਖੋ ਜਿਹੜੇ ਅੱਜ ਵੀ ਨੇ, ਨਵੀਂ ਜਨਰੇਸ਼ਨ ਵਿੱਚ ਵੀ ਹੈ ਨੇ ਬੜੇ ਬੜੇ ਸੁਲਝੇ ਸਰੋਤੇ ਜੀ। ਹਾਂਜੀ, ਬਜ਼ੁਰਗ ਢਾਡੀਆਂ ਦੇ ਕੋਲੋਂ ਜਿਹੜੇ ਅੱਜ ਬਜ਼ੁਰਗ ਹੋ ਚੁੱਕੇ ਨੇ ਨਾ, ਉਹ ਸੁਣਦੇ ਰਹੇ ਜੀ। ਅੱਜ ਵੀ ਜਦੋਂ ਕਿਤੇ ਸਟੇਜਾਂ ਤੇ ਜਾਈਦਾ ਨਾ ਜੀ, ਫਿਰ ਉਹਨਾਂ ਨੇ ਅਖੀਰ ਤੇ ਕੋਈ ਨਾ ਕੋਈ ਫਰਮਾਇਸ਼, ਉਹਨਾਂ ਦੀ ਦਿਲੀ ਖਵਾਇਸ਼ ਹੁੰਦੀ ਹੈ, ਉਹ ਸਾਰਾ ਦੀਵਾਨ ਸੁਣਦੇ ਰਹਿਣਗੇ ਜੀ ਜੀ। ਸੁਣ ਤੋਂ ਅਖੀਰ ਵਿੱਚ ਉਹਨਾਂ ਨੇ ਫਿਰ ਕੋਈ ਨਾ ਕੋਈ ਐਸੀ ਬਾਤ ਕਹਿਣੀ ਹੈ ਤੇ ਜਾਂ ਇੱਕ ਅਲਗੋਜੇ ਜ਼ਰੂਰ ਸੁਣਾ ਦਿਓ, ਯਾਨੀ ਉਹਦੇ ਵਿੱਚ ਐਸੀ ਵੀਰਤਾ, ਐਸਾ ਜੋਸ਼ ਜਿਹੜਾ ਵਾਕਿਆ ਹੀ ਜੋਸ਼ ਵੀ ਆਉਂਦਾ ਜੀ, ਪਰ ਉਹਦੇ ਵਿੱਚ ਬੋਲਣ ਵਾਲਾ ਵੀ ਫਿਰ ਜੋਸ਼ੀਲਾ ਹੋਵੇ, ਫਿਰ ਉਹ ਵੀ ਚੜ੍ਹ ਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਆਸਰਾ ਲੈ ਕੇ ਇਤਿਹਾਸ ਨੂੰ ਕਿਸੇ ਐਸੇ ਮੋੜ ਤੇ ਲਿਆ ਕੇ ਜੀ, ਫਿਰ ਉਹ ਅਲਗੋਜਿਆਂ ਦੀ ਤਰਜ਼ ਦੇ ਵਿੱਚ ਉਸ ਨੂੰ ਗਾਇਆ ਜਾਂਦਾ ਤੇ ਕਿਆ ਬਾਤ ਹੈ, ਸਰੋਤੇ ਜਿਹੜੇ ਝੂਮ ਉੱਠਦੇ। ਮੈਨੂੰ ਯਾਦ ਹੈ ਜੀ, ਗੱਲ ਲੰਬੀ ਵੀ ਨਾ ਹੋਵੇ ਜੀ, ਨਹੀਂ ਪਾਸਾ ਨਗਰ ਬੜੇ ਸਰੋਤਿਆਂ ਦੇ ਹਾਂਜੀ, ਉਸ ਸਥਾਨ ਤੇ ਸਰਦਾਰ ਗੁਰਜੀਤ ਸਿੰਘ ਜੀ ਜਾਂ ਹੋਰ ਬਹੁਤ ਸਾਰੇ ਸਿੰਘ ਇਸ ਤਰ੍ਹਾਂ ਨੇ ਜਿਹੜੇ ਜਥੇਦਾਰ, ਜਿਹੜੇ ਸੇਵਾ ਵਿੱਚ ਮੁਖੀ ਰਹਿੰਦੇ ਨੇ ਜੀ। ਦੀਵਾਨ ਲੱਗਾ, ਨਗਰ ਕੀਰਤਨ ਸਾਰਾ ਦਿਨ ਦਾ, ਰਾਤ ਨੂੰ ਤਕਰੀਬਨ 3 ਘੰਟੇ ਦਾ ਸਮਾਂ। ਅੱਛਾ ਜੀ, ਹਾਂਜੀ, ਸਾਰਾ ਦਿਨ ਦਾ ਨਗਰ ਕੀਰਤਨ, ਰਾਤ ਨੂੰ ਫਿਰ ਉਹ ਦੀਵਾਨ ਲਾਉਂਦੇ ਨੇ। ਠੀਕ ਹੈ ਜੀ। ਤੋ ਜਿਹੜਾ ਸਮਾਂ ਦਿੱਤਾ ਸੀ ਉਹ ਸਮਾਪਤੀ ਹੋ ਕੇ ਫਤਿਹ ਬੁਲਾਉਣ ਦਾ ਜਦੋਂ ਸਮਾਂ ਆਇਆ ਤਾਂ ਜਥੇਦਾਰ ਜੀ ਉੱਠ ਕੇ ਆ ਕੇ ਕਹਿਣ ਲੱਗੇ, ਸੁਣੋ ਇੱਕ ਸਾਡੀ ਫਰਮਾਇਸ਼ ਹੈ ਜੀ, ਇੱਕ ਜੋੜੇ ਦੀ ਕਲੀ ਜ਼ਰੂਰ ਸੁਣਨੀ। ਠੀਕ ਹੈ ਹਾਂਜੀ ਜੀ। ਤੋ ਬਜ਼ੁਰਗ ਢਾਡੀਆਂ ਨੂੰ, ਬਜ਼ੁਰਗ ਸਰੋਤੇ ਨੇ ਜਿਹੜੇ ਜਿਨ੍ਹਾਂ ਪੁਰਾਤਨ ਇਹ ਰਾਗਾਂ ਨੂੰ, ਇਹਨਾਂ ਇਸ ਕਲਾ ਨੂੰ, ਢਾਡੀ ਕਲਾ ਨੂੰ ਸੁਣਿਆ ਜੀ, ਉਹਨਾਂ ਦੇ ਦਿਲ ਵਿੱਚ ਉਹ ਤਾਂਘ ਬਣੀ ਰਹਿੰਦੀ ਹੈ ਵੀ ਅਸੀਂ ਉਸ ਚੀਜ਼ ਨੂੰ, ਕਿਉਂਕਿ ਕਈ ਵਾਰੀ ਖਿਮਾ ਕਰਨਾ ਬੜੇ ਸੂਝਵਾਨ ਸੁਲਝੇ ਹੋਏ ਢਾਡੀ ਨੇ ਜੀ ਜਿਹੜੇ ਇਸ ਢਾਡੀ ਕਲਾ ਨੂੰ ਗਾਉਂਦੇ ਨੇ, ਪਰ ਫਿਰ ਕਈ ਵਾਰੀ ਕਿਤੇ ਨਾ ਕਿਤੇ ਜਿਹੜੇ ਸਿੰਘ ਥੋੜਾ ਜਿਹਾ ਜ਼ਿਆਦਾ ਗੀਤਾਂ ਨੂੰ ਆਧਾਰਿਤ ਹੋ ਜਾਂਦੇ। ਮੈਂ ਉੱਥੇ ਹੀ ਆਉਣ ਲੱਗਾ ਸੀ ਜੀ ਬਈ ਕਿਤੇ ਨਾ ਕਿਤੇ ਅੱਜ ਕੱਲ੍ਹ ਜਿਹੜੀ ਇਹ ਕਲਾ ਅਲੋਪ ਨਹੀਂ ਹੁੰਦੀ ਜਾ ਰਹੀ, ਵੀ ਬਹੁਤ ਘੱਟ ਜਥੇ ਸੰਭਾਲ ਕੇ ਰੱਖ ਰਹੇ। ਮੈਂ ਤੁਹਾਡੀ ਗੱਲ ਚੰਗੀ ਤਰ੍ਹਾਂ ਮਹਿਸੂਸ ਕਰਦਾ ਜੀ, ਹੋ ਰਹੀ ਹੈ ਜੀ। ਕਈ ਐਸੇ ਰੁਝਾਨ ਜਿਨ੍ਹਾਂ ਦਾ ਵੀ ਉਹ ਗੀਤਕਾਰੀ ਵੱਲ ਨੂੰ, ਆਪਣੇ ਇਹਨਾਂ ਛੰਦਾਬੰਦੀ ਨੂੰ ਗੀਤਾਂ ਵੱਲ ਨੂੰ ਢਾਲਣ ਦਾ ਬਹੁਤ ਯਤਨ ਕੀਤਾ ਜਾਂਦਾ ਜੀ ਜੀ। ਠੀਕ ਹੈ, ਸਮੇਂ ਮੁਤਾਬਕ ਕਈਆਂ ਦੀ ਡਿਮਾਂਡ ਅੱਗੇ ਵੀ ਅੱਜ ਦੇ ਸਮੇਂ ਵਿੱਚ ਇਹੋ ਜਿਹੀ ਹੈ, ਸੁਣਨ ਵਾਲਿਆਂ ਦੀ ਵੀ ਕਈਆਂ ਦੀ ਡਿਮਾਂਡ ਇਹੋ ਜਿਹੀ ਹੈ ਜੀ, ਪਰ ਮੈਂ ਸਮਝਦਾ ਠੀਕ ਹੈ ਜੇ ਉਸ ਚੀਜ਼ ਨੂੰ ਟੱਚ ਕੀਤਾ ਜਾਵੇ ਤੇ ਆਪਣੀ ਢਾਡੀ ਕਲਾ ਦੇ ਨਾਲੋਂ ਕਿਤੇ ਦੂਰ ਨਾ ਹੋਇਆ ਜਾਵੇ। ਬਸ ਉਹੀ ਮੈਂ ਗੱਲ ਕਰ ਰਿਹਾ। ਜਿਸ ਢਾਡੀ ਕਲਾ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਾ ਜੀ, ਪੁਰਾਤਨ ਢਾਡੀ ਕਲਾ ਨੂੰ ਅੱਜ ਵੀ ਜਦੋਂ ਗਾਇਆ ਜਾਂਦਾ, ਭਾਵੇਂ ਉਹ ਨਵੇਂ ਯੁੱਗ ਦੇ ਅੰਦਰ ਸਰੋਤੇ ਨੇ, ਨੌਜਵਾਨ ਗੱਭਰੂ ਨੇ ਜੀ, ਉਹ ਢਾਡੀ ਕਲਾ ਨੂੰ ਸੁਣ ਕੇ ਵੀ ਬਾ ਕਮਾਲ ਮਾਣ ਦਿੰਦੇ ਨੇ ਜੀ। ਹਾਂਜੀ, ਪਰ ਮੈਂ ਮਹਿਸੂਸ ਕਰਦਾ ਵੀ ਢਾਡੀ ਕਲਾ ਨੂੰ ਵੱਧ ਤੋਂ ਵੱਧ ਅਸੀਂ ਯਤਨ ਕਰੀਦਾ ਆਪਣੇ ਜਥੇ ਵੱਲੋਂ ਵੀ ਅਸੀਂ ਢਾਡੀ ਕਲਾ ਦੇ ਵਿੱਚ ਰਹਿ ਕੇ ਹੀ ਇਤਿਹਾਸ ਨੂੰ ਸੰਗਤ ਦੀ ਸੇਵਾ ਵਿੱਚ ਬਿਨਾਂ ਕਰ ਸਕੀਏ, ਪੇਸ਼ਕਾਰੀ ਚੰਗੀ ਹੋ ਜੀ। ਸੋ ਇਹ ਗੱਲਾਂ ਕਰਨ ਦਾ ਮਤਲਬ ਸਾਧ ਸੰਗਤ ਜੀ ਇਹ ਹੁੰਦਾ ਵੀ ਕਈ ਵਾਰੀ ਜਿਹੜੀ ਨਵੀਂ ਸਾਡੀ ਪੀੜ੍ਹੀ ਹੈ ਜਾਂ ਨਵੇਂ ਸਾਡੇ ਵੀਰ ਭਰਾ ਭੈਣਾਂ ਨੇ, ਸੰਗਤ ਦੇ ਸਰੀਰ ਨੇ, ਕਿਉਂਕਿ ਬਾਬਾ ਜੀ ਜੋ ਹੁਣ ਪਰੋਸ ਕੇ ਮਿਲ ਗਿਆ ਉਹਨਾਂ ਨੇ ਸੱਚ ਉਹੀ ਸਮਝਣਾ ਵੀ ਆਹ ਹੀ ਠੀਕ ਆ, ਵੀ ਢਾਡੀ ਕਲਾ ਆਹ ਹੀ ਹੁੰਦੀ ਆ ਜੋ ਅੱਜ ਸੁਣਿਆ ਅਸੀਂ ਜੀ। ਪੁਰਾਣਾ ਤਾਂ ਕਿਸੇ ਨੇ ਸੁਣਿਆ ਨਹੀਂ, ਨਾ ਇੰਨੀਆਂ ਰਿਕਾਰਡਿੰਗਾਂ ਹੀ ਹੁੰਦੀਆਂ ਸੀ ਉਹਨਾਂ ਵੇਲਿਆਂ ਦੇ ਵਿੱਚ, ਨਾ ਉਹਨਾਂ ਵੇਲਿਆਂ 'ਚ ਇੰਨੇ ਲਾਈਵ ਪ੍ਰੋਗਰਾਮ ਚੱਲਦੇ ਸੀ, ਨਾ ਇੰਨਾ ਕੁਛ ਇੰਟਰਨੈਟ ਦਾ ਮਾਧਿਅਮ ਸੀ ਵੀ ਲੋਕਾਂ ਦੇ ਵਿੱਚ ਉਹ ਪੁਰਾਣੀਆਂ ਚੀਜ਼ਾਂ ਬਹੁਤ ਘੱਟ, ਕਿਤੇ ਦਇਆ ਸਿੰਘ ਦਿਲਬਰ ਜੀ ਦੀਆਂ ਮਿਲ ਜਾਣ, ਕਿਤੇ ਕਿਤੇ ਪੁਰਾਤਨ ਗੁਰਬਖਸ਼ ਸਿੰਘ ਅਲਵੇਲਾ ਜੀ ਦੇ ਜਥੇ ਦੀਆਂ, ਚਰਨ ਸਿੰਘ ਆਲਮਗੀਰ ਹੋਣਾ ਦੀਆਂ, ਇਹਨਾਂ ਦਾ ਫੇਰ ਵੀ ਜਿਹੜਾ ਆਪਾਂ ਦੇਖਿਆ ਜਾਵੇ ਤਾਂ ਉਹ ਲੈਵਲ ਉਹੀ ਸੀ ਪੁਰਾਤਨ ਵਾਲਾ ਹੀ ਸਾਰਾ ਨਾ। ਤੇ ਜਦੋਂ ਨਵੇਂ ਪੀੜ੍ਹੀ ਨੇ ਨਵੀਂ ਚੀਜ਼ ਸੁਣਨੀ ਹੈ, ਹੋਰ 20 ਸਾਲਾਂ ਨੂੰ ਤਾਂ ਇਹੀ ਹੋ ਜਾਊਗਾ ਵੀ ਆਹ ਹੀ ਸਹੀ ਆ, ਵੀ ਪਹਿਲਾਂ ਤਾਂ ਪਤਾ ਹੀ ਭੁੱਲ ਜਾਣਾ ਸਾਰਿਆਂ ਨੂੰ ਵੀ ਹੈ ਨਾ ਵੀ ਕੀ ਹੁੰਦਾ। ਸੋ ਇਸ ਕਰਕੇ ਇਹ ਗੱਲਾਂ ਤੁਹਾਡੇ ਕਰਨ ਦਾ ਮਤਲਬ ਇਹ ਹੁੰਦਾ ਜੀ, ਰੂਬਰੂ ਕਰਾਉਣ ਦਾ ਵੀ ਪੁਰਾਣੀ ਕਲਾ ਕੀ ਸੀ, ਉਹ ਟੇਸਟ ਸਾਡਾ ਅੱਜ ਕਿੱਦਾਂ ਦਾ, ਪਰ ਜਿਵੇਂ ਦਾਲ ਫੁਲਕਾ ਛੱਡ ਕੇ ਤਾਂ ਪੀਜੇ 버ਗਰ ਹੋ ਗਿਆ ਜੀ ਅੱਜ, ਹੈ ਨਾ। ਮੈਂ ਇੱਕ ਗੱਲ ਤੁਹਾਡੇ ਨਾਲ ਇੱਥੇ ਸ਼ੇਅਰ ਕਰੂੰਗਾ ਜੀ।
ਸਤਿਕਾਰਯੋਗ ਕੌਮ ਦੇ ਮਹਾਨ ਵਿਦਵਾਨ ਢਾਡੀ ਨੇ, ਮੈਂ ਹਮੇਸ਼ਾ ਦਿਲ ਵਿੱਚ ਉਹਨਾਂ ਦੀ ਕਦਰ ਸੰਭਾਲ ਕੇ ਰੱਖਾਂ ਜੀ। ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਜੀ। ਉਹਨਾਂ ਨੇ ਇੱਕ ਸ਼ੁਰੂ ਕੀਤਾ ਸੀ ਕਾਰਜ ਕਿ ਉਹ ਦੇਖੋ ਜਿਨ੍ਹਾਂ ਢਾਡੀਆਂ ਦੇ ਅਸੀਂ ਦਰਸ਼ਨ ਨਹੀਂ ਕੀਤੇ ਜੀ। ਹਾਂਜੀ ਜੀ। ਜਿਨ੍ਹਾਂ ਦੀ ਬਾਬਤ ਅਸੀਂ ਮੈਂ ਕੋਮਲ ਸਾਹਿਬ ਦਾ ਜ਼ਿਕਰ ਕੀਤਾ ਹਾਂਜੀ। ਸੀ, ਮੇਰੇ ਉਸਤਾਦ ਨੇ ਜੀ। ਗਿਆਨੀ ਸਰੂਪ ਸਿੰਘ ਜੀ ਕੜਿਆਣਾ ਜੀ। ਮੈਂ ਉਹਨਾਂ ਕੋਲੋਂ ਵੀ ਸਿਖਲਾਈ ਲੈਣਾ, ਮੇਰੇ ਉਹ ਵੀ ਸਤਿਕਾਰਯੋਗ ਉਸਤਾਦ ਨੇ ਜੀ। ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਦਾ ਜੀ। ਤੇ ਆ ਕੱਲ੍ਹ ਦੇ ਵਿੱਚ ਜ਼ਿਕਰ ਥੋੜਾ ਚੱਲ ਰਿਹਾ ਸੀ, ਤਾਂ ਮੈਂ ਗੱਲ ਕਰ ਰਿਹਾ ਸੀ ਭਮੱਦੀ ਸਾਹਿਬ ਹੋਣਾ ਦੀ ਵੀ ਜੀ। ਜਿਨ੍ਹਾਂ ਦੇ ਦਾ ਅਸੀਂ ਦਰਸ਼ਨ ਨਹੀਂ ਕੀਤੇ, ਜੀ। ਸਿਰਫ ਕਿਤੇ ਕਿਤੇ ਉਹਨਾਂ ਦੇ ਨਾਂ ਸੁਣੇ ਆ। ਤਾਂ ਭਮੱਦੀ ਸਾਹਿਬ ਨੇ ਇੱਕ ਬੜਾ ਸੋਹਣਾ ਆਰੰਭ ਕੀਤਾ ਲਿਖਣਾ, ਢਾਡੀਆਂ ਦੇ ਅੰਗ ਸੰਗ। ਅੱਛਾ ਜੀ। ਹਾਂਜੀ, ਅਕਸਰ ਉਹ ਸਾਰਾ ਵੱਡਾ ਲੇਖ ਉਹਨਾਂ ਦੇ ਜੀਵਨ ਦੀ ਗੱਲ, ਜੀ। ਉਹ ਕਿੱਥੋਂ ਸ਼ੁਰੂ ਹੋਏ, ਉਹਨਾਂ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਸੱਜੇ ਖੱਬੇ ਜਿਹੜੇ ਢਾਡੀ ਆ ਸਰੰਗੀ ਵਾਦਕ ਖੜੇ ਨੇ ਉਹ ਕੌਣ ਕੌਣ ਤੇ ਕਿੱਥੋਂ ਕਿੱਥੋਂ ਦੇ ਨੇ। ਜੀ। ਜੀ। ਉਹਨਾਂ ਨੇ ਇੰਨੀ ਵਧੀਆ ਇਸ ਲੜੀ ਨੂੰ ਤੋਰਿਆ ਜੀ। ਜੀ। ਜਿਹਦੇ ਵਿੱਚ ਕਰਨੈਲ ਸਿੰਘ ਜੀ ਪਾਰਸ, ਸਾਜਨ ਜੀ ਜਾਂ ਪੁਰਾਣੇ ਜਿੰਨੇ ਢਾਡੀ ਹੋਏ ਨੇ ਉਹਨਾਂ ਦੇ ਉਹ ਜ਼ਿਕਰ ਲੈ ਕੇ ਆ ਰਹੇ ਨੇ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਅੱਜ ਦੇ ਨੌਜਵਾਨ ਪੜ੍ਹਦੇ ਨੇ, ਜਿਹੜੇ ਨਵੇਂ ਢਾਡੀ ਨੇ ਉਹਨਾਂ ਨੂੰ ਵੀ ਨਹੀਂ ਪਤਾ ਉਹਨਾਂ ਬਜ਼ੁਰਗਾਂ ਦਾ। ਜੀ। ਹਾਂਜੀ, ਤਾਂ ਉਹ ਕਵੀਸ਼ਰ ਤੇ ਢਾਡੀ ਜਥਿਆਂ ਦੇ ਜਿਹੜੇ ਪੁਰਾਤਨ ਹੋਏ ਨੇ ਉਹਨਾਂ ਦੀ ਕਲਾ, ਉਹਨਾਂ ਦੇ ਬਾਬਤ ਨਵੀਂ ਇੱਕ ਲੜੀ ਉਹਨਾਂ ਨੇ ਬਣਾਈ ਹੈ ਢਾਡੀਆਂ ਦੇ ਅੰਗ ਸੰਗ। ਪਰ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਵੀ ਉਸ ਬਾਰੇ ਸਾਨੂੰ ਹੁਣ ਜਾਣਕਾਰੀ ਮਿਲ ਰਹੀ ਹੈ ਜੀ। ਬਿਲਕੁਲ, ਮੈਂ ਉਹੀ ਗੱਲ ਜਿਹੜੀ ਆਪਣੀ ਇਸੇ ਗੱਲ ਚੋਂ ਗੱਲ ਨਿਕਲ ਆਈ ਨਾ। ਹਾਂਜੀ। ਵੀ ਜੇ ਪੁਰਾਤਨ ਅਸੀਂ ਸਾਂਭਾਂਗੇ ਨਾ ਜਾਂ ਕਿਸੇ ਦੇ ਵਿੱਚ ਰੱਖਾਂਗੇ ਹੀ ਨਹੀਂ, ਤੇ ਨਵਿਆਂ ਨੇ ਤਾਂ ਜੋ ਸੁਣਨਾ ਉਹੀ ਸੱਚ ਸਮਝਣਾ। ਬਿਲਕੁਲ। ਤੇ ਅਗਲੀ ਬੇਨਤੀ ਮੈਂ ਇਹ ਕਰਦਾ ਜੀ ਵੀ ਅੱਜ ਦੇ ਦੌਰ ਦੇ ਵਿੱਚ ਜਾਂ ਪੁਰਾਣੇ ਸਮੇਂ ਤੋਂ ਤੁਸੀਂ ਤਾਂ ਕਾਫੀ ਚਿਰ ਤੋਂ ਵੀ ਇਸ ਕਲਾ ਨਾਲ ਵੀ ਜੁੜੇ ਹੋਏ ਹੋ ਜਾਂ ਸੁਣਦੇ ਵੀ ਆਏ ਆ ਪਹਿਲਾਂ ਤੋਂ ਜੀ। ਉਦੋਂ ਦਾ ਤੇ ਅੱਜ ਦਾ ਪ੍ਰਚਾਰ ਦਾ ਫਰਕ ਕੁਝ ਤੁਹਾਨੂੰ ਮਹਿਸੂਸ ਹੁੰਦਾ ਹੋਊ ਵੀ ਫਰਕ ਪੈ ਗਿਆ ਬਹੁਤ ਜ਼ਿਆਦਾ? ਪ੍ਰਚਾਰ ਦਾ ਫਰਕ ਦੇਖੋ, ਪ੍ਰਚਾਰ ਤਾਂ ਉਹੀ ਰਹਿਣਾ ਜੀ। ਕਹਿਣ ਵਾਲਿਆਂ ਦਾ ਢੰਗ ਬਦਲ ਸਕਦਾ ਜੀ। ਜਦ ਕਿ ਪ੍ਰਚਾਰ ਨੂੰ ਅੱਜ ਨਵੀਨੀਕਰਨ ਦੇ ਕੇ ਬਿਲਕੁਲ ਉਹਨੂੰ ਅਲੱਗ ਨਾ ਕੀਤਾ ਜਾਵੇ ਜੀ। ਕਿ ਨਹੀਂ ਜੀ ਆ ਵੀ ਨਹੀਂ ਆ ਵੀ ਨਹੀਂ, ਜੀ। ਉਹਨੂੰ ਸਿਰਫ ਕੈਂਚੀ ਲੈ ਕੇ ਕਤਰਨ ਰਾਸੀ ਵਾਲੇ ਪਾਸੇ ਨਾ ਹੋਵੇ, ਸ਼ਾਇਦ ਮੈਂ ਉਸ ਪਾਸੇ ਨਾ ਜਾਵਾਂ ਜੀ। ਤੁਸੀਂ ਗੱਲ ਕੀਤੀ ਹੈ ਵੀ ਅੱਜ ਫਰਕ ਪੈ ਗਿਆ ਜੀ। ਦੇਖੋ, ਜਿਹੜੇ ਸਰੋਤੇ ਅੱਜ ਵੀ ਨੇ ਜਾਂ ਪਹਿਲਾਂ ਵੀ ਸੀ, ਪ੍ਰਚਾਰਕ ਲੈਕਚਰਰ ਲੈਕਚਰ ਕਰਦਾ ਹੋਵੇ, ਇਤਿਹਾਸ ਦੀ ਲੜੀ ਸ਼ੁਰੂ ਹੋਵੇ ਜੀ, ਉਹਨੂੰ ਸਹਿਜਤਾ ਦੇ ਨਾਲ ਇੱਕ ਸਿਰਿਓਂ ਸ਼ੁਰੂ ਕਰਕੇ ਰਿਜ਼ਲਟ ਤੱਕ ਲਿਜਾਇਆ ਜਾਵੇ ਜੀ। ਸਰੋਤੇ ਮੰਤਰ ਮੁਗਧ ਹੋ ਕੇ ਸੁਣਦੇ ਨੇ। ਬਿਲਕੁਲ ਸਹੀ। ਹਾਂਜੀ। ਜੀ। ਮੈਂ ਕਿਸੇ ਤੇ ਟਿੱਪਣੀ ਨਹੀਂ ਕਰਦਾ ਜੀ। ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰਦੇ ਜੀ। ਜੇ ਅਸੀਂ ਥੋੜੀ ਸਹਿਜਤਾ ਨੂੰ ਛੱਡ ਕੇ ਇੱਕਦਮ ਜ਼ਿਆਦਾ ਭੜਕ ਦੜਕ ਜੀ ਉਸ ਚੀਜ਼ ਨੂੰ ਕਈ ਵਾਰੀ ਸੁਣਨ ਨੂੰ ਮਿਲਦਾ। ਹਾਂ, ਸਰੋਤੇ ਤਾਂ ਹਰ ਇੱਕ ਚੀਜ਼ ਦੇ ਮਿਲ ਜਾਂਦੇ, ਸਾਰੇ ਤਰ੍ਹਾਂ ਦਾ। ਹਾਂਜੀ, ਚਾਹਵਾਨ ਹੁੰਦੇ ਨੇ। ਹਾਂਜੀ, ਪਰ ਇਹ ਆ ਵੀ ਸਹਿਜਤਾ ਨੂੰ ਮੈਂ ਆਪਣੇ ਵੱਲੋਂ ਜ਼ਿਆਦਾ ਤਰਜੀਹ ਦਿੰਦਾ। ਬਹੁਤ ਜ਼ਿਆਦਾ ਇੱਧਰ ਉੱਧਰ ਸੱਜੇ ਖੱਬੇ ਜਾਂ ਜੀ ਜਿਹਨੂੰ ਪੰਜਾਬੀ 'ਚ ਕਹਿ ਲਈ ਕਿ ਬਹੁਤਾ ਇੱਕਦਮ ਰੌਲਾ ਪਾਉਣਾ ਜਾਂ ਬਿਲਕੁਲ ਥੱਲੇ ਚਲੇ ਜਾਣਾ, ਉਸ ਚੀਜ਼ ਨਹੀਂ ਜੀ। ਇੱਕ ਰਸ ਸਹਿਜਤਾ ਦੇ ਨਾਲ ਉਹ ਗੱਲ ਬਣੀ ਰਹੇ। ਮੈਂ ਸੁਣਦਾ ਬਾਪੂ ਸੀਤਲ ਜੀ ਹੋਣਾ ਨੂੰ, ਜੀ, ਮਲਟੋਹਾ ਜੀ ਹੋਣਾ ਨੂੰ, ਭਮੱਦੀ ਸਾਹਿਬ ਹੋਣਾ ਨੂੰ, ਯਾਨੀ ਨਿਰਮਲ ਸਿੰਘ ਨੂਰ ਜੀ ਨੇ ਜੀ, ਕੜਿਆਣਾ ਜੀ ਨੇ ਜੀ, ਤੇ ਇਸ ਤਰ੍ਹਾਂ ਬਹੁਤ ਸਾਰੇ ਢਾਡੀ ਨੇ। ਹਾਂਜੀ, ਤੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ। ਮਾਝੇ ਦੇ ਗਿਆਨੀ ਮੂਲਾ ਸਿੰਘ ਜੀ ਪਾਖਰਪੁਰੀ ਸਾਹਿਬ ਹੋਏ ਨੇ, ਸੁਰਗਵਾਸੀ ਨੇ ਹੁਣ। ਜੀ, ਜੀ। ਤੇ ਇਤਿਹਾਦਕ ਇਹ ਸਾਰੇ ਗਿਆਨੀ ਕੇਵਲ ਸਿੰਘ ਜੀ ਕੋਮਲ, ਅੱਜ ਦੇ ਸਮੇਂ ਵਿੱਚ ਗਿਆਨੀ ਮਿਲਖਾ ਸਿੰਘ ਜੀ ਮੌਜੀ ਜੀ। ਹਾਂਜੀ, ਤੇ ਮਨਵੀਰ ਸਿੰਘ ਪਹੂਵਿੰਡ ਨਵੀਂ ਜਨਰੇਸ਼ਨ ਦੇ ਵਿੱਚ ਇਸ ਟਾਈਮ ਉਹਨੇ ਬੜੀ ਚੜ੍ਹਦੀ ਕਲਾ। ਕਹਿਣ ਦਾ ਭਾਵ ਵੀ ਉਹ ਬੜੀ ਸਹਿਜਤਾ ਦੇ ਨਾਲ ਸਵਰਗੀ ਗਿਆਨੀ ਜਰਨੈਲ ਸਿੰਘ ਜੀ ਸੁਭਰਾ ਹੋਏ ਨੇ, ਉਹਨਾਂ ਦਾ ਬੇਟਾ ਹੁਣ ਗਿਆਨੀ ਅਮਰਜੀਤ ਸਿੰਘ ਸੁਭਰਾ, ਉਹ ਸੇਵਾ ਨਿਭਾ ਰਹੇ ਨੇ। ਭਗਵੰਤ ਸਿੰਘ ਸੂਰਵਿੰਡ ਇਤਿਆਦਿਕ ਕੇ ਸਾਰੇ ਸਿੰਘ ਬੜੀਆਂ ਸੇਵਾਵਾਂ ਢਾਡੀ ਔਰ ਕਵੀਸ਼ਰੀ ਕਲਾ ਵਿੱਚ ਨਿਭਾ ਰਹੇ ਨੇ। ਤਾਂ ਮੈਂ ਸਮਝਦਾ ਵੀ ਇਹਨਾਂ ਲੈਕਚਰਾਰਾਂ ਨੂੰ ਜਦੋਂ ਸੁਣਦੇ ਅਸੀਂ ਤੇ ਵੱਜੀ ਹੋਈ ਲੜੀ ਟੁੱਟਦੀ ਨਹੀਂ ਜੀ। ਸਮੇਂ ਅਨੁਸਾਰ ਲੈਕਚਰ ਆ ਰਿਹਾ ਜੀ, ਸਮੇਂ ਅਨੁਸਾਰ ਜਿਹੜੀ ਉਹ ਰਚਨਾ, ਜਿਹੜੀ ਉਹ ਕਲਾ ਦਾ ਪ੍ਰਗਟਾਵਾ ਸੰਗਤਾਂ ਦੇ ਸਾਹਮਣੇ ਕਰਦੇ ਆ ਢਾਡੀ ਸਿੰਘ ਜਾਂ ਕਵੀਸ਼ਰ ਸਿੰਘ, ਉਹਦਾ ਸੁਮੇਲ ਹੀ ਐਸਾ ਬਣ ਜਾਂਦਾ ਵੀ 1.5 ਘੰਟਾ 2 ਘੰਟੇ ਜਿਹੜੇ ਉਸ ਚੀਜ਼ ਦਾ ਸਮਾਂ ਇਹੋ ਜਿਹਾ ਵੱਧ ਜਾਂਦਾ, ਪਤਾ ਹੀ ਨਹੀਂ ਲੱਗਦਾ। ਜੇ ਵੀ ਜਿੱਦਾਂ ਤੁਸੀਂ ਗੱਲ ਕੀਤੀ ਸਹਿਜਤਾ ਦੀ, ਇਹਦੇ 'ਚ ਜਿਹੜਾ ਪ੍ਰਚਾਰ ਲੜੀਵਾਰ ਕਰਨਾ ਜਾਂ ਗਾਉਣਾ ਜੀ, ਇਹਦੇ ਨਾਲ ਤਾਂ ਸੰਗਤਾਂ ਆਨੰਦ ਲੈਂਦੀਆਂ ਹੀ ਆ, ਪਰ ਜੇ ਮੈਂ ਕਹਿੰਦਾ ਇੱਕ ਜਿਹੜੇ ਸਾਜ਼ ਢੱਡ ਸਰੰਗੀ ਦਾ ਸੁਮੇਲ ਆ ਜਿਹੜਾ, ਹਾਂਜੀ, ਜਦੋਂ ਉਹ ਆਪਣੇ ਰਸ ਵਿੱਚ ਵੱਜਦੇ ਆ ਤਾਂ ਉਹਦੇ ਨਾਲ ਤਾਂ ਹੋਰ ਵੀ ਜ਼ਿਆਦਾ ਆਨੰਦ ਬਣ ਜਾਂਦਾ ਜੀ।
ਭਾਈ ਸਾਹਿਬ ਤੁਸੀਂ ਬੜਾ ਵਧੀਆ ਇਹ ਸਵਾਲ ਹੈ ਤੁਹਾਡਾ ਜੀ। ਦੇਖੋ ਸੰਗੀਤ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਸੰਗੀਤ ਕੀਲ ਕੇ ਬਿਠਾ ਲੈਂਦਾ ਸਾਰੇ। ਕਲਯੁਗ ਮਹਿ ਕੀਰਤਨ ਪ੍ਰਧਾਨ, ਪ੍ਰਧਾਨ ਇਸੇ ਹਾਂਜੀ, ਕਰਕੇ ਬਿਲਕੁਲ, ਪ੍ਰਧਾਨਤਾ ਦੇਤੀ ਬਿਲਕੁਲ ਬਿਲਕੁਲ। ਦੇਖੋ ਸਾਜ਼ ਵਜਾਉਣ ਵਾਲਾ ਹੋਵੇ ਜੀ, ਬਰਕਤ ਬਖਸ਼ੀ ਹੋਵੇ ਉਹਦੇ ਪੋਟਿਆਂ ਵਿੱਚ ਗੁਰੂ ਨੇ। ਬਿਲਕੁਲ ਹਾਂਜੀ ਜੀ। ਸੰਗਤ ਸੁਣਨ ਵਾਲੀ ਸਰੋਤੇ ਹੋਣ ਜੀ ਸੰਗੀਤ ਇੱਕ ਇਹੋ ਜਿਹੀ ਚੀਜ਼ ਆ ਵੀ ਉਹ ਫਿਰ ਉੱਠਣ ਨਹੀਂ ਦਿੰਦੇ ਜੀ। ਉੱਠਦਿਆਂ ਬਹੁਤ ਸਾਰੇ ਵਿਦਵਾਨ ਰਾਗੀ ਢਾਡੀ ਇਹੋ ਜਿਹੇ ਨੇ ਵੀ ਉਹ ਜਿਵੇਂ ਸੁਰਾਂ ਤੇ ਉਹਨਾਂ ਨੇ ਹੱਥ ਰੱਖਿਆ ਤਰਬਾਂ ਛੇੜੀਆਂ ਜੀ, ਉਹਦੇ ਨਾਲ ਹੀ ਜਿਹੜਾ ਉੱਠਣਾ ਵੀ ਚਾਹੁੰਦਾ ਮਨ ਕਰਦਾ ਵੀ ਮੈਂ ਜਾਵਾਂ ਉੱਠ ਕੇ, ਉਹ ਵੀ ਉੱਥੇ ਬਹਿ ਜਾਂਦਾ ਵੀ ਨਹੀਂ ਆਨੰਦ ਬੜਾ ਬਣਿਆ, ਸੁਣੀਏ ਤੁਸੀਂ ਹਜੇ ਤਾਂ ਸ਼ੁਰੂਆਤ ਹੈ। ਜੀ ਜੀ ਜੀ। ਹਾਂਜੀ ਤੋ ਸਾਜ਼ਾਂ ਦਾ ਜਿਹੜਾ ਪ੍ਰਭਾਵ ਇੱਕ ਵੱਖਰਾ ਹੁੰਦਾ। ਹਾਂਜੀ ਢਾਡੀ ਕਲਾ ਦੀ ਗੱਲ ਜੇ ਮੈਂ ਤੁਹਾਡੇ ਨਾਲ ਕਿਉਂਕਿ ਆਪਾਂ ਤੁਸੀਂ ਕਰ ਰਹੇ ਹੋ ਵਚਨ ਜੀ ਜੀ। ਦੇਖੋ ਸਾਜ਼ ਜ਼ਰੂਰੀ ਹੈ ਜੀ, ਪਰ ਇਹ ਜ਼ਰੂਰ ਖਿਆਲ ਰੱਖਣ ਦੀ ਲੋੜ ਹੈ ਵੀ ਸਾਜ਼ ਇੰਨਾ ਨਾ ਹੋਵੇ ਕਿ ਸਾਡੇ ਆਵਾਜ਼ ਹੀ ਦੱਬੀ ਜਾਵੇ। ਹੋਵੇ ਵੀ ਉਹੀ ਸਾਜ਼ ਜਿਹੜਾ ਵਿਰਸੇ 'ਚ ਮਿਲਿਆ। ਵਿਰਸੇ 'ਚ ਮਿਲਿਆ ਜੀ। ਦੇਖੋ ਸਾਡੇ ਜਥੇ ਦੀ ਆਪਸੀ ਕੰਪਰੋਮਾਈਜ਼ ਇਹ ਹੁੰਦੀ ਹੈ ਜੀ ਵੀ ਸਾਜ਼ ਵਜਾਉਣਾ ਬਹੁਤ ਆਨੰਦ ਨਾਲ ਵਜਾਓ ਜੀ, ਪਰ ਜਦੋਂ ਗਾਉਣਾ ਉਦੋਂ ਸਾਜ਼ਾਂ ਦੀ ਆਵਾਜ਼ ਜਿਹੜੀ ਆ ਉਹ ਘੱਟ ਹੋਵੇ ਤਾਂ ਕਿ ਤੁਹਾਡੇ ਗਾਉਂਦਿਆਂ ਦੀ ਆਵਾਜ਼ ਨਾ ਦੱਬੀ ਜਾਵੇ ਕਿ ਸਾਜ਼ ਵੀ ਵੱਜੀ ਜਾਣ ਤੇ ਆਵਾਜ਼ ਜਿਹੜੀ ਉਹ ਵੀ ਵਿੱਚੇ ਰਲੀ ਜਾਵੇ, ਪਤਾ ਕੁਛ ਨਾ ਜੀ ਜੀ, ਤਾਂ ਕਿ ਸਰੋਤੇ ਤੱਕ ਸਾਡੀ ਆਵਾਜ਼ ਹੀ ਸਾਫ਼ ਨਾ ਪਹੁੰਚ ਸਕੇ। ਜੀ ਜੀ। ਤੁਸੀਂ ਗਾ ਕੇ ਹਟਦੇ ਆ ਅਸੀਂ ਉਹਦੇ ਨਾਲ ਸਾਜ਼ ਜਿਹੜੇ ਉਹ ਆਪਣੇ ਲੈਵਲ ਤੇ ਫੇਰ ਆ ਜਾਣ। ਜੀ ਹਾਂਜੀ ਤਾਂ ਕਿ ਉਹ ਤਾਲਮੇਲ ਜਿਹੜਾ ਬਣਿਆ ਰਹੇ। ਜੀ। ਉਹ ਸਾਜ਼ਾਂ ਦਾ ਵੀ ਆਨੰਦ ਬਣਿਆ ਤੇ ਸਾਡੀ ਆਵਾਜ਼ ਗਾਉਣ ਦਾ ਸ਼ਬਦਾਂ ਦਾ ਵੀ ਆਨੰਦ ਸੰਗਤ ਲਈ। ਇੱਕ ਗੱਲ ਮੈਂ ਹੋਰ ਰੱਖਣੀ ਚਾਹੁੰਦਾ ਜੀ, ਖਾਸ ਕਰਕੇ ਢਾਡੀ ਜਥਿਆਂ ਦੇ ਲਈ ਹੁੰਦਾ ਇਹ ਗੱਲ ਵੀ ਜਿੱਦਾਂ ਮੰਨ ਲਓ ਕੋਈ ਵਿਆਹ ਪ੍ਰੋਗਰਾਮ ਹੋਵੇ ਜੀ, ਹਾਂਜੀ, ਤੇ ਕਈ ਵਾਰੀ ਗੁਰਮੁਖ ਪਰਿਵਾਰ ਹੁੰਦੇ, ਕਈ ਉਹ ਕਹਿੰਦੇ ਜੀ ਅਸੀਂ ਨੱਚਣ ਵਾਲੇ ਗਾਉਣ ਵਾਲੇ ਅਸੀਂ ਉਹ ਸੱਦਣੇ ਨਹੀਂ, ਹਾਂਜੀ, ਅਸੀਂ ਉੱਥੇ ਜਥਾ ਬੁਲਾਵਾਂਗੇ, ਢਾਡੀ ਸਿੰਘ ਬੁਲਾਵਾਂਗੇ। ਹਾਂਜੀ ਵਧੀਆ ਵੀ ਆ ਵੀ ਇੱਕ ਜਿਹੜੇ ਪੈਸੇ ਉੱਤੋਂ ਦੇ ਸਿੱਟਣ ਨਾਲੋਂ ਧੀਆਂ ਭੈਣਾਂ ਨੂੰ ਨਚਾਉਣ ਨਾਲੋਂ ਉਹ ਗੱਲ ਚੰਗੀ ਵੀ ਆ। ਹਾਂ ਵੀ ਲੱਚਰਤਾ ਤੋਂ ਬਚੇ ਆ। ਪਰ ਇੱਕ ਨਾਲ ਸਵਾਲ ਇਹ ਵੀ ਆਉਂਦਾ ਵੀ ਜਦੋਂ ਆਪਾਂ ਗੁਰ ਇਤਿਹਾਸ ਦੀ ਗੱਲ ਕਰਦੇ ਜਾਂ ਕੋਈ ਗੁਰਬਾਣੀ ਦੀ ਵਿੱਚ ਪੰਕਤੀ ਦੀ ਗੱਲ ਕਰਦੇ ਹਾਂ ਤੇ ਮੋਹਰੇ ਜਦੋਂ ਬੈਠ ਕੇ ਸਰੋਤੇ ਸੁਣਦੇ ਆ, ਕੁਰਸੀਆਂ ਦੇ ਉੱਤੇ ਜੋੜੇ ਵੀ ਪਾਏ ਆ, ਨਾਲ ਉਹ ਫਰੂਟ ਚਾਟ ਵੀ ਖਾਂਦੇ ਆ, ਨਾਲ ਉਹ ਟਿੱਕੀਆਂ ਵੀ ਖਾਂਦੇ ਆ, ਉਹਦੀ ਬਾਬਤ ਤੁਹਾਡਾ ਕੀ ਹੈਗਾ ਆ, ਆਪਣਾ ਤੁਹਾਡੇ ਅੰਦਰਲਾ ਅਨੁਭਵ ਕੀ ਹੈ ਜੀ ਉਸ ਚੀਜ਼ ਦਾ? ਦੇਖੋ ਉਹਦੇ ਵਿੱਚੋਂ ਗੱਲ ਵੱਖੋ ਵੱਖਰੀ ਨਿਕਲਦੀ ਹੈ ਜੀ। ਇਹ ਬੜਾ ਸਵਾਲ ਤੁਹਾਡਾ ਜਿਹੜਾ ਨਾ ਗਹਿਰਾ ਜਿਹਾ ਜੀ, ਸ਼ਾਇਦ ਇਹਦਾ ਜਵਾਬ ਜਿਹੜਾ ਮੈਂ ਆਪਣੀ ਸੋਚ ਮੁਤਾਬਕ ਤਾਂ ਦਊਂਗਾ, ਬਹੁਤਾ ਵਧੀਆ ਨਾ ਲੱਗੇ ਕਿਸੇ ਨੂੰ ਜੀ। ਚੰਗਿਆਈ ਤਾਂ ਇਹ ਆ ਵੀ ਉਧਰੋਂ ਇੱਕ ਪਾਸੇ ਲੱਚਰਤਾ ਤੋਂ ਬਚ ਗਿਆ ਜੀ, ਹਾਂਜੀ ਜੀ। ਦੂਜੇ ਪਾਸੇ ਇਹ ਵੀ ਜ਼ਰੂਰ ਹੈ ਵੀ ਉਧਰ ਇਹ ਵੀ ਨਰਾਦਰੀ ਨਾ ਹੋਵੇ ਵੀ ਹਾਂ ਵੀ ਢਾਡੀ ਜਾਂ ਜਥਾ ਕੋਈ ਵੀ ਲੱਗਾ ਹੈ, ਹਾਂਜੀ, ਭਾਵੇਂ ਕੋਈ ਕੀਰਤਨ ਵਾਲਾ ਜਾਂ ਕਵੀਸ਼ਰ ਜਾਂ ਢਾਡੀ ਜੀ ਜੀ ਕੋਈ ਵੀ ਹੈ, ਬਿਲਕੁਲ ਉਹ ਸਟੇਜ ਤੇ ਲੱਗਾ ਤੇ ਉਸ ਪਾਸੇ ਕਿਸੇ ਦਾ ਧਿਆਨ ਨਾ ਹੋਵੇ, ਉਹ ਸਿਰਫ ਇੱਕ ਰੌਲਾ ਬਣ ਕੇ ਰਹਿ ਜਾਵੇ ਜੀ ਜੀ। ਇਸ ਗੱਲ ਲਈ ਪ੍ਰਬੰਧਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਪ੍ਰਬੰਧਕ ਭਾਵ ਘਰ ਵਾਲਿਆਂ ਨੂੰ ਜਿਨ੍ਹਾਂ ਨੇ ਹਾਂਜੀ ਇਹ ਸਾਰਾ ਉਲੀਕਿਆ ਜੀ, ਕਿ ਉਹਨਾਂ ਨੂੰ ਇਹੋ ਜਿਹਾ ਸਿਸਟਮ ਬਣਾਉਣਾ ਪਊਗਾ। ਦੇਖੋ ਠੀਕ ਹੈ ਸਟੇਜ ਉੱਚੀ ਹੈ ਜੀ, ਹਾਂਜੀ, ਸੰਗਤ ਰੂਪ ਵਿੱਚ ਬੈਠਣਾ ਤੇ ਦੇਖੋ ਥੱਲੇ ਬੈਠਣਾ ਚੰਗਿਆਈ ਹੈ ਜੀ, ਹਾਂਜੀ। ਪਰ ਚਲੋ ਜੇ ਮੰਨ ਲਓ ਕੋਈ ਇਹੋ ਜਿਹੇ ਥਾਂ ਤੇ ਪ੍ਰੋਗਰਾਮ ਸਾਰਾ ਉਲੀਕਿਆ ਕਿ ਅਸੀਂ ਪ੍ਰੋਗਰਾਮ ਵੀ ਵਧੀਆ ਨਿਭਾਈਏ ਜੀ, ਬਲਕਿ ਇਹ ਵੀ ਨਾ ਹੋਵੇ ਵੀ ਸੰਗਤ ਜਿਹੜੀ ਆ ਉਹ ਦੂਜੇ ਪਾਸੇ ਨੂੰ ਤੁਰੀ ਜਾਵੇ ਜੀ, ਕੁਰਸੀਆਂ ਦਾ ਵੀ ਪ੍ਰਬੰਧ ਹੋ ਜਾਂਦਾ ਜੀ। ਜੇ ਸਟੇਜ ਉੱਚੀ ਆ ਕੋਈ ਗੱਲ ਨਹੀਂ, ਪਰ ਇਹ ਆ ਵੀ ਉਹਦੇ ਵਿੱਚ ਚਹਿਲ ਪਹਲ ਤੇ ਦੌੜ ਭੱਜ ਨਾ ਹੋਵੇ। ਸ਼ਗਨ ਛਕਾਉਣ ਵਾਲਾ ਪਾਸੇ ਜੀ ਠੀਕ ਹੈ, ਸ਼ਗਨ ਜਿਹਨੂੰ ਲੋੜ ਆ ਉੱਠ ਕੇ ਜਾਵੇ ਜੀ, ਵੀ ਉਹਦੇ ਵਿੱਚ ਹੀ ਨਾ ਸਾਰਾ ਕੜਮਾਸ ਹੋਵੇ। ਉਹਦੇ ਵਿੱਚ ਦੇਖੋ ਨਾ ਤੇ ਵਕਤੇ ਦੇ ਪੱਲੇ ਕੁਝ ਪੈਂਦਾ ਤੇ ਨਾ ਸਰੋਤੇ ਹਾਂਜੀ, ਸਰੋਤਾ ਕੁਝ ਕਹੀ ਜਾਵੇ ਜੀ, ਵਕਤੇ ਨੂੰ ਪਤਾ ਹੀ ਨਹੀਂ ਕਿ ਉਧਰੋਂ ਟਿੱਕੀਆਂ ਵਾਲਾ ਆ ਗਿਆ ਜੀ, ਉਧਰੋਂ ਜੂਸ ਵਾਲਾ ਆ ਗਿਆ ਜੀ, ਇਤਿਹਾਸ ਕਿੱਧਰ ਗਿਆ, ਸੁਣਾਉਣ ਵਾਲੇ ਦੀ ਉਹ ਕੋਈ ਤਾਲਮੇਲ ਨਹੀਂ ਬਣਦਾ। ਹਾਂ ਉਹਦਾ ਯੋਗ ਪ੍ਰਬੰਧ ਹੀ ਇਹੋ ਜਿਹਾ ਕੀਤਾ ਜਾਵੇ ਵੀ ਉੱਥੇ ਆਵਾਜਾਈ ਜ਼ਿਆਦਾ ਰੌਲਾ ਨਾ ਹੋਵੇ। ਸ਼ਗਨ ਛਕਾਉਣ ਦਾ ਇੱਕ ਪਾਸੇ ਉਧਰ ਹੀ ਹੋਵੇ, ਜਿਹਨੇ ਛਕਣਾ ਉਹ ਜਾ ਕੇ ਛਕ ਲਏ। ਉਹ ਸਮਾਂ ਬੇਸ਼ੱਕ ਨਿਰਧਾਰਿਤ ਕਰ ਦਿੱਤਾ ਜਾਵੇ ਵੀ ਭਾਈ ਸਿਰਫ ਇਹ 2 ਘੰਟੇ ਵਾਸਤੇ ਇਹ ਪ੍ਰੋਗਰਾਮ ਹੋਊਗਾ ਜੀ। ਜੇ ਆਪਾਂ ਉਹਨਾਂ ਦੇਖੋ ਜੇ ਆਪਾਂ ਉਹਨਾਂ ਸਮਾਂ ਵੀ ਨਹੀਂ ਬੈਠ ਸਕਦੇ, ਵੈਸੇ ਤਾਂ ਸਭ ਤੋਂ ਵਧੀਆ ਇਹ ਨਹੀਂ ਜੀ ਵੀ ਸਾਰਾ ਪ੍ਰੋਗਰਾਮ ਹੀ ਗੁਰੂ ਘਰ 'ਚ ਹੋ। ਦੇਖੋ ਜੀ ਇਹ ਤਾਂ ਹੋਇਆ ਗੁਰਮਤਿ ਦੀ ਰੰਗਣ ਵਿੱਚ ਜੀ ਜੀ, ਹਾਂਜੀ ਜੀ। ਅਸਲੀਅਤ ਅੱਜ ਬਹੁਤ ਸਾਰੇ ਪਰਿਵਾਰ ਐਸੇ ਨੇ ਜੀ, ਅਸੀਂ ਐਸੇ ਪ੍ਰੋਗਰਾਮਾਂ ਵਿੱਚ ਹਮੇਸ਼ਾ ਅਕਸਰ ਜਾਣ ਦਾ ਮੌਕਾ ਸਾਨੂੰ ਮਿਲਦਾ। ਬਿਲਕੁਲ ਭਾਈ ਕੁਲਵੰਤ ਸਿੰਘ ਜੀ ਨੇ ਪੱਤੜ ਕਲਾਂ ਜੀ, ਉਹ ਇਸ ਟਾਈਮ ਟੋਰਾਂਟੋ ਦੇ ਵਿੱਚ ਨੇ, ਠੀਕ ਹੈ ਜੀ। ਉਹਨਾਂ ਦੀ ਸਾਰੀ ਫੈਮਿਲੀ ਸਾਰਾ ਪਰਿਵਾਰ, ਔਰ ਉੱਥੇ ਉਹ 5 ਪਿਆਰੇ ਸਾਹਿਬਾਨਾਂ ਵਿੱਚ ਵੀ ਸੇਵਾ ਨਿਭਾਉਂਦੇ ਨੇ ਜੀ।
ਇੱਥੇ ਆਣ ਕੇ ਅਕਸਰ ਉਹ ਪ੍ਰੋਗਰਾਮ ਕਰਾਉਂਦੇ ਨੇ। ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਬੇਟੀ ਦੇ ਵਿਆਹ ਤੇ, 2 ਬੇਟੀਆਂ ਦੇ ਵਿਆਹ ਤੇ ਵੀ ਸਾਨੂੰ ਜਾਣ ਦਾ ਸਮਾਂ ਮਿਲਿਆ ਜੀ। ਸਾਰਾ ਕੁਝ ਉਹਨਾਂ ਨੇ ਐਸਾ ਹੀ ਕੀਤਾ ਜੀ, ਗੁਰੂ ਘਰ ਦੇ ਵਿੱਚ ਜੀ, ਗੁਰੂ ਕੇ ਲੰਗਰ ਦੇ ਵਿੱਚ ਸਮੇਂ ਅਨੁਸਾਰ ਲੰਗਰ ਪਾਣੀ ਵਰਤ ਰਿਹਾ, ਜਿਹਨੇ ਛਕਣਾ ਛਕ ਕੇ। ਬਾਕੀ ਉਸ ਤੋਂ ਇਹ ਆ ਵੀ ਦੀਵਾਨ ਹਾਲ ਦੇ ਵਿੱਚ ਜੀ, ਉਹ ਇੱਕ ਨਹੀਂ, ਐਸੀਆਂ ਅਨੇਕਾਂ ਉਦਾਹਰਣਾਂ ਨੇ, ਮਿਸਾਲਾਂ ਨੇ। ਗੁਰੂ ਘਰ ਦੇ ਵਿੱਚ ਪ੍ਰੋਗਰਾਮ ਜਿਹੜੇ ਨੇ ਉਲੀਕੇ ਜਾਂਦੇ ਨੇ ਔਰ ਬੜਾ ਆਨੰਦ ਬਣਦਾ ਜੀ। ਸੰਗਤ ਵੀ ਹੋ ਗਈ ਤੇ ਪੰਗਤ ਵੀ ਹੋ ਗਈ। ਗੁਰੂ ਦਾ ਹੁਕਮ ਜਿਹੜਾ ਉਹ ਇੱਥੇ ਮੰਨਿਆ ਜਾਂਦਾ। ਵੇਖੋ ਆਨੰਦ ਕਾਰਜ ਵੀ, ਆਨੰਦ ਕਾਰਜ ਦਾ ਆਨੰਦ ਵੀ, ਤੇ ਉਧਰ ਲੰਗਰ ਪੰਗਤ ਵੀ, ਸਾਰਾ ਕੁਝ ਚੱਲ ਜਾਂਦਾ। ਅਸਲ ਤਾਂ ਇਹ ਆ। ਅੱਜ ਤੱਕ ਕਿੰਨੇ ਟੋਟਲ ਸਾਲ ਹੋ ਗਏ ਆਪ ਜੀ ਨੂੰ ਪ੍ਰਚਾਰਕ ਲਾਈਨ ਦੇ ਵਿੱਚ? ਪ੍ਰਚਾਰਕ ਲਾਈਨ ਦੇ ਵਿੱਚ ਮੈਂ ਬੇਨਤੀ ਕਰਾਂ ਤਾਂ ਦੇਖੋ 20 ਸਾਲ ਤਾਂ ਸਾਨੂੰ ਢਾਡੀ ਜਥੇ ਦੀ ਜੀ ਆਰੰਭ ਹੋ ਗਈ ਜੀ। ਉਹਦੇ ਤੋਂ ਵੀ 5-6 ਸਾਲ ਪਹਿਲਾਂ ਕਵੀਸ਼ਰੀ ਜਥੇ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਇਹ 25 ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਤੁਸੀਂ ਵੀ ਅਸੀਂ ਵੀ ਸਟੇਜਾਂ ਤੇ ਜਾਂਦੇ ਰਹੀਦਾ। ਅਸੀਂ ਖਾਸ ਕਰਕੇ ਜਿੱਥੇ ਵਿਆਹ ਦਾ ਪ੍ਰੋਗਰਾਮ ਹੋਵੇ ਉਹਨਾਂ ਨੂੰ ਕਹਿ ਕੇ ਆਈਦਾ, ਭਾਈ ਆਨੰਦ ਕਾਰਜ ਟਾਈਮ ਨਾ ਕਰਿਓ, ਹਾਂਜੀ, ਰਾਤ ਨੂੰ ਅੱਧੀ ਰਾਤ ਤੱਕ ਜਾਗਦੇ ਨਾ ਰਹੋ, ਨੱਚੀ ਨਾ ਜਾਇਓ, ਵੀ ਸਵੇਰ ਨੂੰ ਟਾਈਮ ਨਾਲ ਆਨੰਦ ਕਾਰਜ ਜਿਹੜੇ ਆ ਮਰਜ਼ਾਦਾ 'ਚ ਰਹਿ ਕੇ ਕਰਿਓ ਨਾ ਜੀ। ਤੇ ਇਹਦੇ 'ਚ ਕੋਈ ਦੋ ਰਾਏ ਨਹੀਂ। ਲੋਕ ਭਾਵੇਂ ਅਸੀਂ ਕਹਿ ਕੇ ਆ ਵੀ ਜਾਂਦੇ ਸੀ, ਪਰ ਲੋਕ ਕਹਿੰਦੇ ਇਹਨਾਂ ਦਾ ਕੰਮ ਹੀ ਆ ਬੋਲਣਾ, ਇਹ ਨਹੀਂ ਬੋਲੀ ਜਾਣਾ ਨਾ। ਪਰ ਆ ਜਿਹੜਾ ਮਾਰਚ ਤੋਂ ਲੈ ਕੇ ਸਮਾਂ ਬਣਿਆ ਜੀ ਹੁਣ ਤੱਕ ਦਾ, ਅਗਸਤ ਤੱਕ ਦਾ 5 ਮਹੀਨੇ, ਹੁਣ ਤਾਂ ਕੋਈ ਨਹੀਂ ਕਹਿੰਦਾ ਹੁਣ ਤਾਂ 6 ਵਜੇ ਜਾ ਕੇ ਕਰਕੇ ਟਾਈਮ ਨਾਲ 12 ਵਜੇ ਤੱਕ ਵੀ ਜਿਹੜਾ ਹੈਗਾ ਉਹ ਆਪਣੇ ਘਰ ਆ ਜਾਂਦੇ ਆ ਜੀ। ਦੇਖੋ ਜਿਹੜਾ ਤੁਸੀਂ ਬਚਨ ਕਿਹਾ ਨਾ ਵੀ ਆਪ ਜੀ ਕਹਿ ਕੇ ਆਉਂਦੇ ਸੀ, ਅਸੀਂ ਵੀ ਕਹਿ ਕੇ ਆਉਂਦੇ ਸੀ ਜੀ ਜੀ। ਕਿਉਂ ਸਟੇਜ ਤੇ ਖੜੇ ਆ ਜੀ, ਸਾਡਾ ਕਹਿਣਾ ਜਿਹੜਾ ਉਹ ਫਰਜ਼ ਹੈ ਜੀ। ਮੰਨਣਾ ਨਾ ਮੰਨਣਾ ਪਰਿਵਾਰ ਦਾ ਕੰਮ, ਇਹ ਅਗਲਿਆਂ ਦੀ ਗੱਲ ਜੀ। ਪਰ ਜੋ ਮੈਂ ਸਮਝਦਾ ਸਾਡਾ ਹੋਕਾ ਦੇਣਾ ਫਰਜ਼ ਹੈ ਜੀ। ਪਹਿਰੇਦਾਰ ਦਾ ਫਰਜ਼ ਇੱਕ ਹੋਕਾ ਦੇਣਾ ਜੀ ਜੀ। ਹੋਕਾ ਦੇਣਾ ਫਰਜ਼ ਹੈ। ਅੱਗੇ ਕਿਸੇ ਨੇ ਜਾਗਣਾ ਸੌਣਾ ਇਹ ਅਗਲੇ ਦੀ ਆਪਣੀ ਮਰਜ਼ੀ ਜੀ ਜੀ। ਗੱਲ ਹੁਣ ਦੇ ਸਮੇਂ ਦੀ ਆ ਗਈ, ਮਾਰਚ ਤੋਂ ਲੈ ਕੇ ਜੀ, ਜਿਹੜੇ ਤਾਹਾਂ ਨੂੰ ਦੇਖ ਕੇ ਕਹਿੰਦੇ ਸੀ ਰੱਬ ਕਿੱਥੇ ਆ। ਬਿਲਕੁਲ ਜੀ, ਹਾਂਜੀ ਜੀ। ਤਾਂ ਐਸੀ ਖੇਡ, ਐਸੀ ਕੋਈ ਕਲਾ ਕਰੋਨਾ ਵਾਇਰਸ ਦੀ ਜਿਹੜੀ ਵਰਤੀ ਆ ਜੀ, ਇਹਦਾ ਸਿਆਸੀਕਰਨ ਕੀ ਆ ਇੱਕ ਵੱਖਰੀ ਗੱਲ ਹੈ। ਉਹ ਵੱਖਰੀ ਗੱਲ ਹੈ ਜੀ, ਵੱਖਰੀ ਗੱਲ ਹੈ ਵੀ ਕੀ ਹੋ ਰਿਹਾ, ਇਹ ਢਾਂਚਾ ਉਖੜਿਆ ਵਿਖੜਿਆ ਜੋ ਵੀ ਆ ਜੀ। ਪਰ ਹਾਂ ਚਲੋ ਹੈ, ਇਸ ਗੱਲ ਨੂੰ ਆਪਾਂ ਇਹ ਨਹੀਂ ਨਕਾਰਦੇ ਨਹੀਂ ਵੀ ਹੈ ਹੀ ਨਹੀਂ ਹੈ, ਕਿਉਂਕਿ ਇਹਨਾਂ ਦੇਸ਼ਾਂ ਦੀ ਉਥਲ ਪੁਥਲ ਹੋ ਜਾਣਾ ਨਹੀਂ ਤਾਂ ਕੋਈ ਦੇਸ਼ ਵੀ ਨਹੀਂ ਚਾਹੁੰਦਾ ਵੀ ਸਾਡਾ ਕਾਰੋਬਾਰ ਬੰਦ ਹੋਵੇ ਜੀ। ਹਾਂਜੀ, ਇਸ ਕਰਕੇ ਆਪਾਂ ਇਹ ਗੱਲ ਮੰਨਦੇ ਆ ਜੀ। ਹਾਂ ਹੈ ਕਿੰਨਾ ਦੱਸਿਆ ਕਿੰਨਾ ਜਾ ਰਿਹਾ ਉਹ ਇੱਕ ਗੱਲ ਆ, ਵੱਖਰਾ ਵਿਸ਼ਾ ਜੀ। ਪਰ ਇਹ ਗੱਲ ਜ਼ਰੂਰ ਹੈ ਵੀ ਜਿਹੜੇ ਕਹਿੰਦੇ ਸੀ ਵੀ ਨਹੀਂ ਜੀ ਅਸੀਂ ਤਾਂ ਆਪਣੇ ਮਨ ਦੀ ਕਰਨੀ ਆ ਜੀ, ਕਿ ਉਹਨਾਂ ਦੇ ਉੱਤੇ ਇੱਕ ਸਵਾਲ ਹੈ ਵੀ ਹੁਣ ਵੀ ਤਾਂ ਤੁਹਾਡਾ ਹੀ ਮਨ ਹੈ ਜੀ। ਹਾਂਜੀ ਬਿਲਕੁਲ, ਹੁਣ ਵੀ ਤੁਸੀਂ ਟਾਈਮ ਨਾਲ ਉੱਠ ਕੇ ਆਪਣੇ ਸਾਰੇ ਕੰਮ, ਚਾਹੇ ਵਿਆਹ ਸ਼ਾਦੀ ਦਾ ਹੈ, ਚਾਹੇ ਕੋਈ ਸਮਾਜਿਕ ਹੋਰ ਹੈ ਸਾਡਾ ਕੰਮ ਜੀ, ਹੁਣ ਵੀ ਅਸੀਂ ਉਸ ਅਨੁਸਾਰ ਚੱਲਦੇ ਹਾਂ ਜੀ। ਸਿਰਫ ਇੱਕ ਇਹ ਸਰਕਾਰ, ਦੁਨਿਆਵੀ ਸਰਕਾਰ ਦਾ ਕਾਨੂੰਨ ਹੈ, ਸਖਤਾਈ ਹੋਈ ਹੈ ਜੀ। ਹਾਂਜੀ ਸਖਤਾਈ ਹੋਈ ਆ ਤੇ ਅਸੀਂ ਉਹਨੂੰ ਫਾਲੋ ਕਰਦੇ ਹਾਂ। ਬਿਲਕੁਲ ਜੀ। ਤੇ ਜੇ ਰੱਬ ਦੇ ਕਾਨੂੰਨ ਨੂੰ ਹੀ ਫਾਲੋ ਕਰ ਲਿਆ ਜਾਏ ਬਿਲਕੁਲ, ਤੇ ਕਿੰਨਾ ਆਨੰਦ ਬਣੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸੇ ਕਰਕੇ ਹੀ ਜੋ ਹੈ ਇਹ ਗੁਰੂ ਰਾਮਦਾਸ ਮਹਾਰਾਜ ਨਾਲ ਜਦੋਂ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਕਰਵਾਇਆ ਵੀ ਇੰਨੇ ਸਾਦੇ ਤੇ ਸਰਲ ਢੰਗ ਨਾਲ ਅਸੀਂ ਕਰਾਂਗੇ ਵੀ ਗਰੀਬ ਤੋਂ ਗਰੀਬ ਸਿੱਖ ਜਾਂ ਗਰੀਬ ਤੋਂ ਗਰੀਬ ਆਦਮੀ ਵੀ ਚੜ੍ਹਦੀ ਕਲਾ ਦੇ ਵਿੱਚ ਇਹ ਜਿਹੜੇ ਕਾਰਜ ਆ ਉਹ ਕਰ ਸਕੇ। ਬਿਲਕੁਲ। ਤੇ ਬੇਨਤੀ ਨੇੜੇ ਕਰ ਲਈਏ ਜੀ, ਸਮਾਂ ਵੀ ਆਪਣਾ ਹਾਂਜੀ ਹੋਣ ਹੀ ਵਾਲਾ ਹੈ। ਹਾਂਜੀ। ਅਗਲੀ ਗੱਲ ਮੈਂ ਇਹ ਕਰਦਾ ਆਪ ਜੀ ਦੇ ਨਾਲ ਵੀ ਜਿਹੜਾ ਕਈ ਸ਼ੰਕੇ ਅੱਜ ਕਿੰਤੂ ਪ੍ਰੰਤੂ ਇਤਿਹਾਸ ਦੇ ਉੱਤੇ ਵੀ ਹੁੰਦੇ ਆ। ਬਾਬਾ ਦੀਪ ਸਿੰਘ ਜੀ ਦੇ ਉੱਤੇ ਵੀ ਜਿਹੜੇ ਅਮਰ ਸ਼ਹੀਦ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਹਾਂਜੀ ਨਹੀਂ ਜੀ ਸੀਸ ਧੜ ਤੋਂ ਅਲੱਗ ਹੋਇਆ ਹੀ ਨਹੀਂ ਸੀਗਾ। ਜਾਂ ਕਹਿਣਾ ਵੀ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬਹਿ ਗਏ, ਜੇ ਉਹਨਾਂ 'ਚ ਸ਼ਕਤੀ ਸੀ ਤਾਂ ਉਹ ਠੰਡੀ ਕਰ ਲੈਂਦੇ। ਹਾਂਜੀ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਹੀ ਨਹੀਂ, ਇਹ ਵੀ ਇੱਕ ਝੂਠੀ ਕਹਾਣੀ ਹੈ ਜੀ। ਪੰਜਾ ਨਹੀਂ ਜੀ ਲੱਗਿਆ ਤੇ ਅਦਕ ਬੜਾ ਕੁਝ ਆ, ਆਪਾਂ ਨੂੰ ਪਤਾ ਹੀ, ਆਪਾਂ ਸਮਾਜ 'ਚ ਵਿਚਰ ਰਹੇ ਹਾਂ। ਨਾਲ ਸ਼੍ਰੀ ਦਸਮ ਜੀ ਦੀ ਬਾਣੀ ਦੇ ਉੱਤੇ ਬੜਾ ਕਿੰਤੂ ਪ੍ਰੰਤੂ ਹੋ ਰਿਹਾ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਤੇ ਵੀ ਇਹੀ ਕਿਹਾ ਜਾਂਦਾ, ਇੱਥੇ ਬਿੰਦੀ ਚਾਹੀਦੀ ਸੀ, ਉੱਥੇ ਬਿੰਦੀ ਚਾਹੀਦੀ ਸੀ, ਰਾਗਮਾਲਾ ਨਹੀਂ ਹੈਗੀ ਜਾਂ ਹੈਗੀ ਆ, ਇਹ ਵੀ ਹਜੇ ਦੋ ਮਤ ਨੇ ਜੀ। ਜੋਤ ਜਗਣੀ ਨਹੀਂ ਜਗਣੀ ਇਹ ਵੀ ਦੋ ਮਤ, ਨਾਰੀਅਲ ਰੱਖਣਾ ਕੁੰਭ ਰੱਖਣਾ ਇਹ ਵੀ ਦੋ ਮਤ, ਹੈ ਨਾ ਜੀ। ਭਾਵ ਇਹਦੇ ਵਾਸਤੇ ਆਪਣੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨੂੰ ਇਹੋ ਜਿਹੇ ਕਿਹੜੇ ਕਦਮ ਚੁੱਕਣੇ ਚਾਹੀਦੇ ਵੀ ਇਹ ਛੇਤੀ ਜਿਹੜਾ ਕੰਮ ਖਤਮ ਹੋਵੇ। ਨਹੀਂ ਤੇ ਨਵੀਂ ਪੀੜ੍ਹੀ ਤਾਂ ਅੱਜ ਕੱਲ੍ਹ ਮੋਬਾਈਲ ਤੇ ਰਹਿੰਦੀ ਹੈ ਜੀ, ਉਹਨਾਂ ਨੇ ਜੋ ਕੁਝ
ਸੌਖਾ ਜਿਹਾ ਮੰਨ ਲਿਆ। ਕਿਸੇ ਨੇ ਕਿਹਾ 5 ਬਾਣੀਆਂ ਪੜ੍ਹੋ ਜੀ, ਹੁਣ ਕਥਾ 'ਚ ਤੁਸੀਂ ਵੀ ਕਹਿਤਾ, ਅਸੀਂ ਵੀ ਕਹਿਤਾ। ਜੀ ਜੀ। ਉਸ ਤੋਂ ਬਾਅਦ ਕੋਈ ਪ੍ਰਚਾਰਕ ਦੀ ਉਹ ਵੀਡੀਓ ਸੁਣਦੇ ਆ, ਨਹੀਂ ਬਾਣੀਆਂ ਤਾਂ 2 ਹੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਹਾਂਜੀ ਹਾਂਜੀ। 10 ਤਾਂ ਬਾਣੀ ਹੈ ਨਹੀਂ ਗੀ। ਉਹ ਬੱਚਾ ਤੇ 2 ਨਾਲ ਹੀ ਜੁੜੂਗਾ ਜੀ, ਕਿਉਂ? ਉਹਨੂੰ ਸੌਖਾ ਕੰਮ ਚਾਹੀਦਾ ਜੀ। ਕਿੱਥੇ 5 ਦਾ 1 ਘੰਟਾ ਦਾ ਨਿਤਨੇਮ ਦਾ ਚਾਹੀਦਾ ਸੀ, ਇੱਥੇ 20-25 ਮਿੰਟ 'ਚ ਕੰਮ ਨਿਬੜਦਾ। ਹਾਂ, ਮਹਿਸੂਸ ਕਰਦਾ ਵੀ ਨਾਲੇ ਮੈਂ ਸੱਚੇ ਦਾ ਸੱਚਾ ਜੀ। ਦੇਖੋ ਮੈਨੂੰ ਉਹ ਪ੍ਰਚਾਰਕ ਨੇ ਕਿਹਾ ਨਾ ਜੀ। ਤਾਂ ਇਹਦੇ ਲਈ ਆਪਣੇ ਆਗੂ ਸਹਿਬਾਨਾਂ ਨੂੰ ਕੀ ਧਿਆਨ ਦੇਣ ਦੀ ਲੋੜ ਹੈ? ਤੁਸੀਂ ਬਚਨ ਕਈ ਕੀਤੇ ਨੇ ਜੀ, ਪਰ ਆਪਾਂ ਇਸ ਗੱਲ ਨੂੰ ਸੰਖੇਪ ਕਰਾਂਗੇ ਜੀ। ਬਾਬਾ ਦੀਪ ਸਿੰਘ ਸਾਹਿਬ ਜੀ, ਜੀ, ਉਹਨਾਂ ਦਾ ਸੀਸ ਤਲੀ ਤੇ ਧਰ ਕੇ ਲੜਨਾ ਜੀ, ਜਿਹਨੇ ਨਹੀਂ ਮੰਨਣਾ ਉਹ ਨਾ ਮੰਨੂ ਵਾਲੇ ਨਹੀਂ ਮੰਨਣਾ ਜੀ, ਪਰ ਅਸੀਂ ਮੰਨਦੇ ਹਾਂ ਜੀ। ਮੇਰਾ ਗੁਰੂ ਜੋ ਚਾਹੇ ਉਹ ਕਰ ਸਕਦਾ ਔਰ ਕਰਵਾ ਸਕਦਾ। ਜੀ, ਠੀਕ ਹੈ ਜੀ। ਬਿਲਕੁਲ। ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਉਹ ਰੱਖ ਸਕਦਾ ਜੀ। ਹਾਂਜੀ। ਸ਼ੰਕੇ ਕਰਨੇ ਗੁਰੂ ਅਰਜਨ ਸਾਹਿਬ ਕੀ ਨਹੀਂ ਸੀ ਕਰ ਸਕਦੇ, ਉਹ ਆਪ ਸਮਰੱਥ ਗੁਰੂ ਸੀਗੇ ਜੀ, ਪਰ ਉਹਨਾਂ ਨੇ ਕਿਉਂ ਨਹੀਂ ਕੀਤਾ? ਇਹ ਅਸੀਂ ਸਵਾਲ ਜਿੰਨੇ ਮਰਜ਼ੀ ਖੜੇ ਕਰੇ ਜਾਈਏ, ਪਰ ਗੁਰੂ ਸਾਹਿਬ ਦੇ ਪਾਏ ਹੋਏ ਪੂਰ ਨੇ ਜੀ। ਹਾਂਜੀ। ਗੁਰੂ ਅਰਜਨ ਦੇਵ ਪਾਤਸ਼ਾਹ ਸਮਰੱਥ ਨੇ, ਜਿਹਨੂੰ ਆਪਣੇ ਪਿਤਾ ਤੇ ਭਰੋਸਾ ਨਹੀਂ ਜੀ, ਉਹ ਕਿਸੇ ਤੇ ਭਰੋਸਾ ਕੀ ਕਰੇਗਾ? ਪਰ ਮੈਂ ਬੇਨਤੀ ਕਰਾਂਗਾ, ਆਪਣੇ ਗੁਰੂ ਤੇ ਸ਼ੱਕ ਨਾ ਕਰੋ, ਆਪਣੇ ਗੁਰੂ ਤੇ ਨਿਸ਼ਚਾ ਕਰਕੇ ਵੇਖੋ, ਭਰੋਸਾ ਕਰੋ ਜੀ। ਜੇ ਸੱਚਮੁੱਚ ਹੀ ਭਰੋਸਾ ਕਰੋਗੇ ਤੇ ਤੁਹਾਡੇ ਤੇ ਦਾਤੇ ਦੀ ਬੜੀ ਵੱਡੀ ਰਹਿਮਤ ਹੋਏਗੀ। ਉਂਗਲਾਂ ਚੁੱਕਣ ਵਾਲੇ ਕੁਝ ਵੀ ਲੈ ਨਹੀਂ ਸਕਣਗੇ ਜੀ। 10 ਦੀ ਗੱਲ ਆਪ ਜੀ ਨੇ ਕੀਤੀ, ਸੰਖੇਪ ਜੀ ਬੇਨਤੀ ਕਰਾਂਗਾ ਜੀ। ਸਾਡੇ ਪਾਸ ਇਤਿਹਾਸ ਦਾ ਵੱਡਮੁੱਲਾ ਖਜ਼ਾਨਾ, ਜੇ ਅਸੀਂ ਕਹਾਂਗੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਆ ਵੀ ਨਹੀਂ ਹੋ ਸਕਦਾ, ਬਹੁਤ ਸਾਰਾ ਇਤਿਹਾਸ ਜਿਹੜਾ ਸਾਨੂੰ 10 ਦੇ ਵਿੱਚੋਂ ਪ੍ਰਾਪਤ ਹੋਏਗਾ ਜੀ। ਬਹੁਤ ਸਾਰੇ ਦੂਜੇ ਧਰਮਾਂ ਦੀ ਜਾਣਕਾਰੀ ਸਾਨੂੰ ਕਿਸੇ ਦੂਜੇ ਧਰਮਾਂ ਦੇ ਆਗੂਆਂ ਨੇ ਨਹੀਂ ਦੇਣੀ। ਉੱਥੇ ਨਹੀਂ ਜਾ ਕੇ ਕਿਸੇ ਨੇ ਪੁੱਛਣਾ ਤੇ ਨਾ ਸਾਨੂੰ ਕਿਸੇ ਨੇ ਦੱਸਣਾ ਜੀ। ਪਾਬੰਦੀਆਂ ਸੀ ਜੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਵੀ ਕਿ ਨਹੀਂ ਜੀ, ਸੰਸਕ੍ਰਿਤ ਜਾਂ ਇਹ ਭਾਸ਼ਾਵਾਂ ਜਿਹੜੀਆਂ ਸਾਡਾ ਹੀ ਹੱਕ ਆ, ਜਿਹਨੂੰ ਕੋਈ ਹੋਰ ਨਹੀਂ ਪੜ੍ਹ ਸਕਦਾ ਜੀ। ਹਾਂਜੀ, ਇਹ ਕਿਸੇ ਨੂੰ ਗਿਆਨ ਨਹੀਂ ਆ ਸਕਦਾ। 10ਵੇਂ ਪਾਤਸ਼ਾਹ ਨੇ ਭੇਜੇ ਸੀ ਜੀ ਬਨਾਰਸ ਵੀ। ਬਿਲਕੁਲ, ਆਪਾਂ ਲੰਮਾ ਵਿਸ਼ਾ ਨਹੀਂ ਕਰਾਂਗੇ ਜੀ। ਹਾਂਜੀ, ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਾਰਾ ਕੁਝ ਤਿਆਰ ਕਰਕੇ ਦੇ ਦਿੱਤਾ ਜੀ, ਤੇ ਅੱਜ ਅਸੀਂ ਇਸ ਚੀਜ਼ ਨੂੰ ਕਹੀਏ ਨਹੀਂ ਜੀ ਆ ਹੈ ਹੀ ਨਹੀਂ, ਅਸੀਂ ਸ਼ੰਕੇ ਕਰਦੇ ਹਾਂ ਜੀ। ਜੇ ਅਸੀਂ 10ਮ ਦੇਹ ਉੱਤੇ ਹੀ ਸ਼ੰਕਾ ਕਰਾਂਗੇ ਫਿਰ ਸਾਡਾ ਨਿਤਨੇਮ ਨਿਕਿਆ ਜੀ। ਕਿਉਂਕਿ 3 ਬਾਣੀਆਂ 10ਮ ਗ੍ਰੰਥ ਸਾਹਿਬ ਦੇ ਵਿੱਚ, ਸ੍ਰੀ 10ਮ ਦੇ ਵਿੱਚ ਜੀ। ਹਾਂਜੀ, ਸਾਡੀ ਅਰਦਾਸ ਵੀ ਆਰੰਭਤਾ ਹੀ ਸਾਡੀ ਉੱਥੋਂ ਹੋਏਗੀ। ਬਿਲਕੁਲ ਜੀ। ਹਾਂਜੀ, ਉਸੇ ਦੇ ਨਾਲ ਸਾਡਾ ਇਤਿਹਾਸ ਵੀ ਇੱਥੋਂ, ਅਰਦਾਸ ਵੀ ਗਈ, ਨਿਤਨੇਮ ਵੀ ਗਿਆ, ਸਾਡਾ ਅੰਮ੍ਰਿਤ ਵੀ 5 ਬਾਣੀਆਂ ਦੇ ਨਾਲ ਪੜ੍ਹ ਕੇ ਜਾਪ ਕਰਕੇ ਹੁੰਦਾ, ਤਿਆਰ ਹੁੰਦਾ ਬਾਟਾ ਅੰਮ੍ਰਿਤ ਦਾ ਜੀ। ਅਸੀਂ ਕਿਹੜੇ ਰਾਹ ਪੈ ਜਾਵਾਂਗੇ? ਅਸੀਂ ਆਪਣੇ ਆਪ ਹੀ ਨਾ ਸਾਰਾ ਕੁਝ ਅਸੀਂ ਡੋਲ ਦਈਏ ਜੀ। ਸ਼ੰਕੇ ਕਰਨ ਵਾਲਿਆਂ ਨੇ ਚਰਿਤਰੋ ਪਖਿਆਨ ਜੀ, ਆ ਦੂਜਾ ਜੀ, ਆ ਤੀਜਾ ਜੀ। ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ, ਗੁਰਮੁਖੋ ਕਿਤੇ ਆਪਣੇ ਪਰਿਵਾਰ ਵੱਲ ਝਾਤੀ ਮਾਰ ਕੇ ਦੇਖੀਏ ਜੀ। ਸਾਡੇ ਬੱਚੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਪੈਂਦੇ ਨੇ ਜੀ, ਉਹਨਾਂ ਨੂੰ ਆਪਣੇ ਹੱਥੀਂ, ਲੜਕੇ ਹੀ ਨਹੀਂ ਲੜਕੀਆਂ, ਸਾਡੀਆਂ ਧੀਆਂ, ਸਾਡੀਆਂ ਬੇਟੀਆਂ ਜੀ, ਉਹਨਾਂ ਨੂੰ ਇਹ ਸਾਰਾ ਕੁਝ ਮੈਡੀਕਲ ਲਾਈਨ ਦੇ ਵਿੱਚ ਕੀ ਨਹੀਂ ਕਰਨਾ ਪੈਂਦਾ, ਬਿਲਕੁਲ ਕੀ ਨਹੀਂ ਦੇਖਣਾ ਪੈਂਦਾ, ਸਿਖਲਾਈ ਵਾਸਤੇ ਸੰਗ ਸ਼ਰਮ ਲਾਉਣੀ ਪੈਂਦੀ ਹੈ। ਬਿਲਕੁਲ। ਹਾਂਜੀ ਜੀ। ਅਸੀਂ ਸਾਡੇ ਘਰ ਦੀ ਗੱਲ, ਅਸੀਂ ਉਹਨਾਂ ਬੱਚੀਆਂ ਨੇ ਕਿਸ ਤਰ੍ਹਾਂ ਉਸ ਲਾਈਨ ਨੂੰ ਚੁਣਿਆ, ਕਿੱਦਾਂ ਵਿੱਦਿਆ ਹਾਸਲ ਕੀਤੀ, ਸਿਖਲਾਈ ਕੀਤੀ, ਡਾਕਟਰੀ ਲਾਈਨ ਨੂੰ ਪਾ ਕੇ ਅੱਜ ਇੱਥੋਂ ਤੱਕ ਡਾਕਟਰ ਬਣੇ ਜੀ। ਅਸੀਂ ਉਹ ਲੋਕਾਂ ਨੂੰ ਦੱਸਦੇ ਫਿਰਦੇ ਬਿਲਕੁਲ ਜੀ, ਆਪਣੇ ਬੱਚਿਆਂ ਵਾਸਤੇ, ਧੀਆਂ ਵਾਸਤੇ, ਬੇਟੀਆਂ ਵਾਸਤੇ ਵੀ ਉਹਨਾਂ ਨੇ ਆ ਚੰਗਾ ਨਹੀਂ, ਆ ਮਾੜਾ ਜੀ। ਅਸੀਂ ਲੋਕਾਂ ਨੂੰ ਦੱਸਦੇ ਫਿਰਦੇ ਬਿਲਕੁਲ ਜੀ। ਹਾਂਜੀ, ਜੇ ਸਾਡੇ ਗੁਰੂ ਨੇ ਸਾਨੂੰ ਇਹ ਐਸੀਆਂ ਸਿੱਖਿਆਵਾਂ ਦਿੱਤੀਆਂ, ਉਹ ਗੱਲ ਨਜ਼ਰੀਆ ਕਿਸੇ ਦਾ ਵੱਖਰਾ ਹੋ ਸਕਦਾ ਜੀ, ਪਰ ਗੁਰੂ ਨੇ ਜੇ ਸਾਨੂੰ ਸਮਝਾਇਆ ਤੇ ਅਸੀਂ ਉਹ ਢੋਲ ਨਹੀਂ ਵਜਾਉਣਾ ਜੀ ਲੋਕਾਂ ਵਿੱਚ ਵੀ ਆਹ ਮਾੜਾ ਜੀ। ਅਸੀਂ ਗਿਆਨ ਲੈਣਾ ਜੋ ਸਾਡੇ ਗੁਰੂ ਨੇ ਸਾਨੂੰ ਦਿੱਤਾ ਬਿਲਕੁਲ। ਔਰ ਸਤਿਗੁਰਾਂ ਨੇ ਜਿਹੜਾ ਗੁਰਬਾਣੀ ਦਾ ਮਾਰਗ ਸਾਨੂੰ ਦੱਸਿਆ, ਉਹਦੇ ਵਿੱਚ ਵੀ ਗੁਰੂ ਕੀ ਬਾਣੀ ਤੇ ਸ਼ੰਕੇ ਕਰਨ ਵਾਲੇ ਨੇ ਕਰੀ ਜਾਣੇ ਆ, ਪਰ ਗੁਰਮੁਖੋ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਉੱਤਰ ਤੇ ਜਵਾਬ ਹੈ, ਪਰ ਸਾਨੂੰ ਲੱਭਣ ਦੀ ਲੋੜ ਹੈ, ਜਵਾਬ ਲੈਣ ਦੀ ਲੋੜ ਹੈ ਬਿਲਕੁਲ। ਬਹੁਤ ਸਾਰੇ ਐਸੇ ਭਰਮ ਤੇ ਭੁਲੇਖੇ ਜਿਹੜੇ ਗੁਰਬਾਣੀ ਜੇ ਉਹਦਾ ਖੁਲਾਸਾ ਕਰੋਗੇ ਤੇ ਸ਼ਾਇਦ ਕਈਆਂ ਨੂੰ ਲੱਗਣ ਲੱਗ ਜਾਏਗਾ ਵੀ ਹੈ ਇੱਦਾਂ ਦਾ। ਬਹੁਤ ਸਾਰੇ ਸ਼ਬਦ ਜੇ 10ਮ ਦੀ ਵਿਰੋਧਤਾ ਕਰਨ ਵਾਲੇ ਦੀ ਮੈਂ ਗੱਲ ਕਰਦਾ, ਪਰ ਨਹੀਂ, ਗੁਰੂ ਤੇ ਭਰੋਸਾ ਕਰੋ। ਬਹੁਤ ਵੱਡਾ ਵਡਮੁੱਲਾ ਖਜ਼ਾਨਾ ਇਤਿਹਾਸ 10ਮ ਪਾਤਸ਼ਾਹ ਨੇ, ਭਾਵੇਂ ਉਹ ਚਰਿਤਰੋ ਪਖਿਆਨ ਦੀ ਗੱਲ ਹੈ,
ਭਾਵੇਂ ਉਹਦੇ ਵਿੱਚ ਕ੍ਰਿਸ਼ਨ ਅਵਤਾਰ, ਰਾਮ ਅਵਤਾਰ ਇਤਿਆਦਿਕ 24 ਅਵਤਾਰਾਂ ਦੀ ਕਥਾ ਹੈ। 24 ਅਵਤਾਰਾਂ ਦੀ ਕਥਾ ਆ ਜੀ। ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਸ ਜ਼ਫ਼ਰਨਾਮੇ ਦੀ ਬਾਤ ਹੈ, ਸਾਰਾ ਕੁਝ ਜੀ। ਤਾਂ ਇਹਨੂੰ ਸਾਡਾ ਸਿਰ ਝੁਕਦਾ ਹੈ, ਅਸੀਂ ਸਤਿਕਾਰ ਕਰਦੇ ਹਾਂ ਔਰ ਕਰਦੇ ਰਹਾਂਗੇ। ਆਮ ਕਰਕੇ ਵੀ ਗਿਆਨੀ ਜੀ ਇਹ ਗੱਲ ਕਰਦੇ ਰਹੀਦਾ ਵੀ ਜੇ ਹੁਣ ਅਸੀਂ ਆਪਣੇ ਘਰ 'ਚ ਧੀ ਪੁੱਤ ਆ ਸਾਡੇ ਜੀ, ਅਸੀਂ ਆਪਣੇ ਧੀ ਪੁੱਤ ਨੂੰ ਇਹ ਗੱਲ ਕਹਿੰਦੇ ਆ ਭਾਈ ਆਹ ਕੰਮ ਨਾ ਕਰੀ, ਮੇਰੀ ਪੱਗ ਜਿਹੜੀ ਆ ਉਹ ਦਾਗੀ ਹੋ ਜਾਊਗੀ, ਹਾਂਜੀ ਧੀਏ ਤੂੰ ਆਹ ਨਾ ਕਰੀ, ਮੇਰਾ ਪਿੰਡ 'ਚ ਤੁਰਨਾ ਔਖਾ ਹੋ ਜਾਊਗਾ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਤਾ ਸਮਝਦੇ ਆ, ਉਹਨਾਂ ਨੇ ਪਿਤਾ ਵਾਲੇ ਹੀ ਫਰਜ਼ ਨਿਭਾਏ ਆ ਵੀ ਆਹ ਕੰਮ ਤੋਂ ਬਚਿਓ। ਜੇ ਚਰਿੱਤਰ ਉਪਖਿਆਨ ਦੀ ਵੀ ਗੱਲ ਕਰੀਏ ਬਈ ਭਾਈ ਆ ਮੇਰੇ ਬੱਚੇ ਆ ਜਿੰਨੇ ਬਾਬੇ ਅੱਜ ਫਸੇ ਪਏ ਆ ਜੀ ਜੇਲ੍ਹਾਂ ਦੇ ਵਿੱਚ, ਹਾਂਜੀ ਹਾਂਜੀ ਹੈ ਨਾ, ਉਹ ਸਾਰੇ ਜੇ ਕਿਤੇ ਉਹਨਾਂ ਨੇ ਆਹ ਚੀਜ਼ ਪੜ੍ਹੀ ਹੁੰਦੀ ਤਾਂ ਬਚ ਨਾ ਜਾਂਦੇ ਵੀ ਮਹਾਰਾਜ ਸਾਨੂੰ ਕੀ ਸਮਝਾਉਂਦੇ, ਉਸੇ ਚੀਜ਼ 'ਚ ਹੀ ਉਹ ਫਸੇ। ਜੋ ਕੁਝ ਪੜ੍ਹਦੇ ਜਾਂ ਸੁਣਦੇ ਆ ਜੀ ਇਤਿਹਾਸ ਵਿੱਚ, ਪੁਰਾਤਨ ਪੋਥੀਆਂ ਸਿੰਘਾਂ ਦੇ ਕੋਲ ਮੌਜੂਦ ਹੁੰਦੀਆਂ ਸੀ ਹਰ ਵੇਲੇ ਜੀ, ਹਰ ਵੇਲੇ ਜੀ। ਉਹਨਾਂ ਦੇ ਕਮਰ ਕਸੇ ਉਹ ਜਿਹਨੂੰ ਖਜ਼ਾਨਾ ਕਿਹਾ ਜਾਂਦਾ ਜੀ ਜੀ ਹਾਂਜੀ, ਪੋਥੀ ਸਾਹਿਬ ਉਹਨਾਂ ਦੇ ਕੋਲ ਮੌਜੂਦ ਹੁੰਦੀ ਸੀ। ਕਿਉਂ ਜੀ? ਕਿ ਇਹ ਸਤਿਗੁਰੂ ਦਾ ਸੁਨੇਹਾ, ਸਤਿਗੁਰੂ ਦੀ ਆਵਾਜ਼ ਸਾਨੂੰ ਹਰ ਸਮੇਂ ਸੁਣਦੀ ਰਹੇ ਜੀ। ਜੋ ਵੀ ਪਰਮੇਸ਼ਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਵੀ ਆਹ ਕੁਝ ਵੀ ਇੱਥੋਂ ਤੱਕ ਵੀ ਵਰਤਾਰਾ ਕਲਯੁਗ ਦਾ ਵਰਤ ਸਕਦਾ, ਪਰ ਇਹਦੇ ਤੋਂ ਸੁਚੇਤ ਰਹਿਣਾ, ਇਹਦੇ ਤੋਂ ਬਚਣਾ। ਇਹੀ ਸੁਚੇਤਤਾ ਦੀ ਬਦੌਲਤ ਸੀ ਅਨੇਕਾਂ ਸਾਖੀਆਂ 10ਵੇਂ ਪਾਤਸ਼ਾਹ ਦੇ ਸਮੇਂ ਸਾਨੂੰ ਮਿਲਦੀਆਂ ਨੇ ਜੀ। ਕਿ ਮਹਾਰਾਜ ਨੇ ਕਿਹਾ ਵੀ ਪਰ ਤੇਰੇ ਰੂਪ ਨਾ ਪੇਖਿਆ ਨੇਤਰ, ਇਹ ਗੁਰੂ ਕੀ ਬਾਣੀ। ਬਿਲਕੁਲ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਭਾਈ ਗੁਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ। ਤੋਂ ਬਹੁਤ ਸਾਰੇ ਜੰਗਾਂ ਯੁੱਧਾਂ ਦੇ ਵਿੱਚ ਵੀ ਐਸੇ ਇਤਿਹਾਸ ਸਾਨੂੰ ਮਿਲਦੇ ਆ ਜਦੋਂ ਕਿ ਦੂਜੇ ਜਿਨ੍ਹਾਂ ਨੂੰ ਦੁਸ਼ਮਣ ਕਿਹਾ ਜਾਂਦਾ ਸੀ, ਜਿਹੜੇ ਕਿ ਚੜ੍ਹ ਕੇ ਆਉਂਦੇ ਸੀ, ਉਹਨਾਂ ਤੇ ਹਮਲਾ ਹੋਣਾ, ਉਹਨਾਂ ਨੂੰ ਹਰਾਉਣਾ, ਉਹਨਾਂ ਨੂੰ ਮਾਰਨਾ, ਬਲਕਿ ਉਹਨਾਂ ਦਾ ਪਰਿਵਾਰ, ਧੀਆਂ ਭੈਣਾਂ ਉਹਨਾਂ ਦੀਆਂ ਨਹੀਂ, ਉਹ ਸਾਰਿਆਂ ਦੀਆਂ ਸਾਂਝੀਆਂ, ਉਹਨਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝ ਕੇ ਉਹਨਾਂ ਦੀ ਇੱਜ਼ਤ ਵੱਲ ਕਿਸੇ ਨੇ ਨਹੀਂ ਤੱਕਣਾ ਜੀ, ਕਿਉਂਕਿ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦਾ ਇਖਲਾਕ ਹੀ ਇੰਨਾ ਉੱਚਾ ਕੀਤਾ ਜੀ। ਅਖੀਰ ਦੇ ਵਿੱਚ ਆਪਾਂ ਨੌਜਵਾਨ ਪੀੜ੍ਹੀ ਵਾਸਤੇ ਕੋਈ ਨਾ ਕੋਈ ਦੋ ਸ਼ਬਦ ਜ਼ਰੂਰ ਆਪਦੀ ਸਾਂਝੇ ਕਰੋ। ਸ਼ਬਦ ਬੇਨਤੀ ਇਹੋ ਕਰਾਂਗਾ ਜੀ, ਸਭ ਤੋਂ ਵੱਡੀ ਗੱਲ ਵਹਿਮਾਂ ਭਰਮਾਂ ਪਖੰਡਾਂ ਚੋਂ ਬਚਣਾ ਜੀ। ਗੁਰੂ ਦੇ ਲੜ ਲੱਗੋ, ਗੁਰੂ ਦੇ ਬਖਸ਼ੇ ਕਕਾਰਾਂ ਨੂੰ ਭਾਰ ਨਾ ਸਮਝੋ ਜੀ। ਆਪ ਗੁਰਬਾਣੀ ਪੜ੍ਹੋ, ਆਪਣੇ ਪਰਿਵਾਰਾਂ ਨੂੰ ਗੁਰੂ ਨਾਲ ਜੋੜੋ, ਗੁਰੂ ਦੇ ਪਾਵਨ ਅਸਥਾਨਾਂ ਦੀ ਕਦਰਦਾਨੀ ਸਤਿਕਾਰ ਹਮੇਸ਼ਾ ਬਰਕਰਾਰ ਰੱਖੋ, ਉਹਦੀ ਭੈ ਭਾਵਨੀ ਵਿੱਚ ਰਹੋ, ਆਪਸ ਵਿੱਚ ਮੇਲ ਮੁਹੱਬਤ ਰਹੇ ਜੀ, ਨਿਸ਼ਚਾ ਗੁਰੂ ਦੇ ਉੱਤੇ ਰਹੇ ਜੀ, ਚੜ੍ਹਦੀ ਕਲਾ ਗੁਰੂ ਬਖਸ਼ਿਸ਼ ਕਰਨਗੇ ਜੀ। ਜਾਂਦੇ ਜਾਂਦੇ ਇੱਕ ਬੇਨਤੀ ਮੈਂ ਹੋਰ ਕਰਦਾ ਜੀ, ਜਿਵੇਂ ਆਪ ਜੀ ਨੇ ਬਹੁਤ ਸਾਰੇ ਢਾਡੀ ਸਿੰਘਾਂ ਦਾ ਜ਼ਿਕਰ ਕੀਤਾ, ਜਿਵੇਂ ਭਮੱਦੀ ਸਾਹਿਬ, ਕੜਿਆਣਾ ਸਾਹਿਬ, ਭਰੋਲੀ ਸਾਹਿਬ, ਜਿੰਨੇ ਵੀ ਜਥਿਆਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ, ਆਉਣ ਵਾਲੇ ਸਮੇਂ 'ਚ ਅਸੀਂ ਚਾਹਾਂਗੇ ਤੁਸੀਂ ਸਾਡੀ ਉਹਨਾਂ ਨਾਲ ਮੁਲਾਕਾਤ ਜ਼ਰੂਰ ਕਰਾਇਓ, ਤਾਂ ਜੋ ਅਸੀਂ ਉਹਨਾਂ ਨਾਲ ਵੀ ਜਿਹੜੀ ਆ ਉਹ ਸਾਂਝ ਸੰਗਤ ਨਾਲ ਰੂਬਰੂ ਕਰਾ ਸਕੀਏ। ਹਾਂਜੀ ਬਿਲਕੁਲ ਜੀ। ਮੀਡੀਆ ਹਰਰਾਜਪੁਰ ਵਾਲਿਆਂ ਦਾ ਆਪ ਜੀ ਭਾਈ ਮਨਜਿੰਦਰ ਸਿੰਘ ਜੀ ਹੋਣਾ ਤੇ ਸਾਰੇ ਸਿੰਘਾਂ ਦਾ, ਸਾਥੀਆਂ ਦਾ ਬਹੁਤ ਵੱਡਾ ਇਹ ਉਦਮ ਹੈ ਤੁਹਾਡਾ ਜੀ, ਜਿਹੜੇ ਸਮਾਂ ਕੱਢ ਕੇ ਆਪ ਜੀ ਦੂਰ ਦਰੇਡੇ ਤੱਕ ਜਾਂਦੇ ਹੋ। ਜਿਸ ਤਰ੍ਹਾਂ ਤੁਸੀਂ ਦੱਸਿਆ ਅੱਜ ਚੰਡੀਗੜ੍ਹ ਵੀ ਜਾ ਰਹੇ ਹੋ, ਉੱਥੇ ਵੀ ਸਿੰਘਾਂ ਨਾਲ ਮਿਲਣਾ ਜੀ। ਬਾਬਾ ਸਰੂਪ ਸਿੰਘ ਜੀ ਹੁਣੇ, ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ, ਬਾਬਾ ਬਲਵਿੰਦਰ ਸਿੰਘ ਜੀ ਕਰਾਲੀ ਵਾਲੇ, ਕਿਤੇ ਆਦਿ ਹੋਰ ਬਹੁਤ ਸਾਰੇ ਸਿੰਘਾਂ ਦਾ ਤੁਸੀਂ ਜ਼ਿਕਰ ਕੀਤਾ ਜੀ। ਅਸੀਂ ਵੀ ਜ਼ਰੂਰ ਯਤਨ ਕਰਾਂਗੇ ਢਾਡੀ ਸਿੰਘਾਂ ਦੇ ਨਾਲ ਆਪਾਂ ਬੈਠ ਕੇ ਗੁਰਮਤਿ ਵਿਚਾਰਾਂ ਇਸੇ ਤਰ੍ਹਾਂ ਕਰ ਸਕੀਏ। ਇਹ ਵੀ ਇੱਕ ਪ੍ਰੋਗਰਾਮ ਚਲਾਉਣਾ ਚਾਹੁੰਦੇ ਜੀ, ਜਿਵੇਂ ਆਪਾਂ ਦੱਸਿਆ ਨਾ ਵੀ ਜਿਹੜੀ ਢਾਡੀ ਕਲਾ ਦੀਆਂ ਬੈਂਤ ਹੋਏ, ਛੰਦ ਹੋਏ, ਵੀ ਕਿਉਂ ਨਾ ਇੱਕ ਆਪਾਂ ਇਦਾਂ ਦੀ ਚੀਜ਼ ਬਣਾ ਕੇ ਸੰਗਤ ਦੇ ਵਿੱਚ ਗਵਾ ਕੇ ਜੀ, ਵੀ ਜਿੱਦਾਂ ਜਥੇ ਦੇ ਨਾਲ ਆਪਾਂ ਉਹ ਚੀਜ਼ ਗਾ ਕੇ ਜਿਹੜੀ ਉਹ ਸੰਗਤ ਦੇ ਰੂਬਰੂ ਕਰੀ। ਹਾਂਜੀ ਹਾਂਜੀ, ਵੀ ਆਹ ਪੁਰਾਤਨ ਕਲਾ ਹੁੰਦੀ ਸੀ ਜੀ, ਵੀ ਆਹ ਸੰਭਾਲ ਕੇ ਰੱਖਣੀ ਸਾਡੀ ਨਵੀਂ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ। ਵਾਹਿਗੁਰੂ ਕਰੇ ਆਉਣ ਵਾਲੇ ਸਮੇਂ 'ਚ ਕਿਤੇ ਸਬਬ ਬਣਿਆ। ਬਿਲਕੁਲ ਜੀ, ਆਪਾਂ ਸਾਰੇ ਜਥੇ ਸਮੇਤ ਜੀ ਢਾਡੀ ਕਲਾ ਦੀ ਚੌਬੰਦਗੀ ਤੁਹਾਡੀ ਸੰਗਤ ਦੀ ਸੇਵਾ ਵਿੱਚ ਅਸੀਂ ਸਰੋਤਿਆਂ ਦੀ ਸੇਵਾ ਬਸ ਇਹੀ ਅਸੀਂ ਚਾਹੁੰਦੇ ਹਾਂ ਜੀ। ਥੋੜਾ ਜਿਹਾ ਨਾਲੇ ਜਿਹੜਾ ਮੌਸਮ ਵੀ ਆ ਥੋੜਾ ਸਹੀ ਹੋ ਜਾਏ ਤੇ ਜਿਹੜਾ ਖੁੱਲੇ ਦੇ ਵਿੱਚ ਫਿਰ ਖੜ ਕੇ ਜਰਾ ਕਰਨਾ ਜੀ। ਹਾਂਜੀ ਹਾਂਜੀ ਬਿਲਕੁਲ, ਜਥੇ ਸਮੇਤ ਆਪਾਂ ਉਹ ਜਿਹੜੀਆਂ ਪੁਰਾਤਨ ਰੀਤਾਂ ਸਾਡੀਆਂ, ਮੈਂ ਤਾਂ ਚਾਹਾਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਢਾਡੀ ਕਲਾ ਤੋਂ ਦੂਰ ਨਾ ਹੋਣ ਜੀ, ਬਲਕਿ ਹੋਰ ਨਵੀਂ ਜਨਰੇਸ਼ਨ ਨੌਜਵਾਨ ਬੱਚੇ ਜੁੜਨ। ਸਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ, ਇਸੇ ਕਰਕੇ ਉਪਰਾਲਾ ਕਰ ਰਹੇ ਹਾਂ। ਅਸੀਂ ਖੁਦ ਆਪਣੇ ਪਰਿਵਾਰ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀ, ਭਾਈ ਹਰਦੇਵ ਸਿੰਘ ਜੀ ਦਾ ਬੇਟਾ ਉਹ ਖੁਦ ਸਰੰਗੀ ਪਲੇ ਕਰਦਾ ਸੀ, ਆਪਣੇ ਗੁਰਪ੍ਰੀਤ ਸਿੰਘ ਆਪ ਜੀ ਦਾ ਬੇਟਾ ਆ। ਹਾਂਜੀ ਹਾਂਜੀ, ਇਹ ਅੱਜ ਕੱਲ ਮੇਰੇ ਖਿਆਲ ਕੜਿਆਣਾ ਸਾਹਿਬ ਦੇ ਜਥੇ ਦੇ ਨਾਲ ਸੇਵਾ ਨਿਭਾ ਰਹੇ ਜੀ ਜੀ। ਪਹਿਲਾਂ ਦਾਸ ਦੇ ਨਾਲ ਹੀ ਸੀ ਜੀ ਜੀ। ਭਾਈ ਹਰਦੇਵ ਸਿੰਘ ਦਾ ਬੇਟਾ ਰਣਜੀਤ ਸਿੰਘ ਜੀ, ਉਹ ਇਸ ਟਾਈਮ ਕੈਨੇਡਾ ਟੋਰਾਂਟੋ ਦੇ ਵਿੱਚ ਹੈ, ਤੇ ਬੇਟਾ ਗੁਰਪ੍ਰੀਤ ਸਿੰਘ ਜੀ, ਇਹ ਇਕੱਠੇ ਸ਼ੁਰੂਆਤ ਕੀਤੀ ਢਾਡੀ ਕਲਾ ਦੇ ਵਿੱਚ। ਵਿਦੇਸ਼ ਵਿੱਚ ਵੀ ਸਾਡੇ ਨਾਲ ਗਿਆ ਸੀ ਜੀ।
ਸਮੇਂ ਨੇ ਮੋੜ ਲਿਆਂਦਾ। ਸੰਨ 2018 ਤੋਂ ਗੁਰਪ੍ਰੀਤ ਸਿੰਘ ਯਾਨੀ ਸਰੂਪ ਸਿੰਘ ਜੀ ਕੜਿਆਣਾ ਜੀ ਦੇ ਨਾਲ ਉਹਨਾਂ ਦੇ ਜਥੇ ਦੀ ਸੇਵਾ ਬਤੌਰ ਢਾਡੀ ਸੇਵਾ ਨਿਭਾ ਰਿਹਾ ਜੀ। ਔਰ ਵਾਹਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ। ਮੈਂ ਸਮਝਦਾ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ, ਉਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਸੇਵਾ ਸਦਾ ਲੈਂਦੇ ਰਹਿਣ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਜੀ। ਤੇ ਅਰਦਾਸ ਕਰਿਓ ਕਿ ਸਾਰਾ ਪਰਿਵਾਰ ਹੀ ਅਸੀਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੜੀ ਖੁਸ਼ੀ ਹੈ ਇਸ ਗੱਲ ਦੀ ਸਾਨੂੰ। ਬਜ਼ੁਰਗ ਮਾਤਾ ਪਿਤਾ ਜੀ, ਪਿਤਾ ਜੀ ਸਤਿਕਾਰਯੋਗ ਸਰਦਾਰ ਗੁਰਨਾਮ ਸਿੰਘ ਜੀ, ਮਾਤਾ ਸੁਰਜੀਤ ਕੌਰ ਜੀ, ਅਰਦਾਸ ਦਾ ਪਰਿਵਾਰ ਹੈ ਰਾਜਵਿੰਦਰ ਕੌਰ ਜੀ, ਬੇਟਾ ਗੁਰਪ੍ਰੀਤ ਸਿੰਘ ਪ੍ਰੀਤ ਜੀ। ਬੜੇ ਖੁਸ਼, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਖੁਸ਼ੀ ਹੁੰਦੀ ਕਿ ਗੁਰੂ ਨੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ। ਹਾਂਜੀ, ਬਸ ਇਹੀ ਅਰਦਾਸ ਕਰਿਓ, ਇਹੀ ਸਾਡੀ ਆਸ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਅਸੀਂ ਗਿਆਨੀ ਸੁਖਵਿੰਦਰ ਸਿੰਘ ਜੀ ਅਨਮੋਲ ਜਿਨ੍ਹਾਂ ਨੂੰ ਆਪ ਜੀ ਦੇ ਨਾਲ ਰੂਬਰੂ ਕੀਤਾ, ਔਰ ਜਿੱਥੇ ਆਪਣੇ ਬਾਰੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ, ਨਾਲ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕੁ ਹੋ ਸਕੇ ਪੁਰਾਣੇ ਸਮੇਂ ਤੋਂ ਲੈ ਕੇ ਕਿਵੇਂ ਗੁਰੂ ਸਾਹਿਬ ਨੇ ਕਲਾ ਜਿਹੜੀ ਹੈ ਗੁਰੂ ਕਿਆਂ ਸਿੱਖਾਂ ਨੂੰ ਬਖਸ਼ੀ ਹੈ, ਕਿਵੇਂ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਕੀ ਤਰੁੱਟੀਆਂ ਸਾਡੇ ਸੰਸਾਰ ਦੇ ਵਿੱਚ ਜਾਂ ਪ੍ਰਚਾਰਕ ਖਿੱਤੇ ਦੇ ਵਿੱਚ, ਆਪਾਂ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇਹਨਾਂ ਨਾਲ ਸਾਂਝੀਆਂ ਕੀਤੀਆਂ। ਸੋ ਅਖੀਰ ਦੇ ਵਿੱਚ ਗਿਆਨੀ ਸੁਖਵਿੰਦਰ ਸਿੰਘ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਆਪ ਜੀ ਦਾ, ਸਾਰੇ ਸਿੰਘਾਂ ਦਾ ਧੰਨਵਾਦ ਜੀ। ਸੋ ਆਪ ਜੀ ਇਹ ਪ੍ਰੋਗਰਾਮ ਜੋ ਹੈ ਮੀਡੀਆ ਹਰ ਰਾਏਪੁਰ ਵਾਲੇ YouTube ਚੈਨਲ ਦੇ ਉੱਤੇ ਜੋ ਹਰ ਹਫਤੇ ਦੇਖਦੇ ਹੋ, ਵੱਖ-ਵੱਖ ਗੁਰਮੁਖ ਪਿਆਰਿਆਂ ਨਾਲ, ਮਹਾਂਪੁਰਸ਼ਾਂ ਨਾਲ, ਰਾਗੀ ਢਾਡੀ ਤੇ ਪ੍ਰਚਾਰਕ ਜਥਿਆਂ ਦੇ ਨਾਲ ਆਪ ਜੀ ਨੂੰ ਅਸੀਂ ਰੂਬਰੂ ਕਰਾਈਦਾ। ਸੋ ਅੱਗੇ ਇਸ ਬੇਨਤੀ ਨੂੰ ਹੋਰ ਵੀ ਸ਼ੇਅਰ ਕਰਨ ਦਾ ਯਤਨ ਕਰਿਆ ਕਰੋ, ਤਾਂ ਜੋ ਜਿਹੜੀ ਸਾਡੀ ਖਾਸ ਕਰਕੇ ਨਵੀਂ ਪੀੜ੍ਹੀ ਹੈ, ਜੋ ਸਾਡੇ ਨੌਜਵਾਨ ਵੀਰ ਭਰਾ ਭੈਣਾਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਸੰਗਤਾਂ ਨੇ, ਉਹ ਇਹਨਾਂ ਪੁਰਾਣੀਆਂ ਗੱਲਾਂ ਦੇ ਨਾਲ ਜੁੜ ਕੇ ਵਿਰਸਾ ਨਾ ਭੁੱਲਣ। ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀਆਂ ਚੀਜ਼ਾਂ ਪੁਰਾਤਨ ਸਾਨੂੰ ਢਾਡੀ ਵਿਰਸੇ 'ਚ ਮਿਲੀਆਂ, ਉਹ ਅਸੀਂ ਨਾਲ ਗਿਆਨੀ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਸਾਰੇ ਜਥੇ ਦੇ ਨਾਲ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਗੁਰੂ ਸਾਹਿਬ ਕਿਰਪਾ ਕਰਨ। ਸਾਰਿਆਂ ਦਾ ਧੰਨਵਾਦ ਜੋ ਸਰੋਤੇ ਸੁਣਦੇ ਨੇ, ਦੇਖਦੇ ਨੇ ਤੇ ਅੱਗੇ ਨੂੰ ਸ਼ੇਅਰ ਕਰਦੇ ਨੇ, ਤੇ ਯਤਨ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰਾਂ ਤੋਂ ਵੀ ਕਰਵਾਓ। ਇੱਕ ਪ੍ਰੋਗਰਾਮ ਸਾਡਾ ਦਰਸ਼ਨ ਦਿਦਾਰੇ ਪ੍ਰੋਗਰਾਮ ਜੋ ਹੈ ਅਸੀਂ ਗਿਆਨੀ ਜੀ ਆਰੰਭ ਕਰ ਰਹੇ ਹਾਂ, ਜਿਹਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੀ ਡਾਕੂਮੈਂਟਰੀ ਬਣਾਵਾਂਗੇ, ਜਿਹਦੇ ਵਿੱਚ ਇਤਿਹਾਸਕ ਨਗਰਾਂ ਦੀ ਬਹੁਤ ਸਥਾਨ ਐਸੇ ਨੇ ਜਿਹੜੇ ਇਤਿਹਾਸ ਦੇ ਵਿੱਚ ਆਏ ਨਹੀਂ ਜੀ ਜੀ, ਤੇ ਉਹਨਾਂ ਦਾ ਪੜ੍ਹ ਕੇ ਖੋਜ ਕਰਕੇ ਜਾਂ ਜਿਵੇਂ ਵੀ ਪਤਾ ਲੱਗਦਾ ਪਹੁੰਚ ਕੇ ਉਹ ਅਸੀਂ ਕੋਸ਼ਿਸ਼ ਕਰ ਰਹੇ ਵੀ ਸੰਗਤ ਤੱਕ ਪਹੁੰਚਾਈਏ ਜੀ। ਬਿਲਕੁਲ, ਸੰਗਤਾਂ ਨੂੰ ਦਰਸ਼ਨ ਹੋਣ ਜੀ, ਵੀ ਤਾਂ ਜੋ ਸੰਭਾਲਿਆ ਪਿਆ ਰਵੇ। ਕਦੇ ਨਾ ਕਦੇ ਜੀ YouTube ਤੇ ਜਦੋਂ ਕੋਈ ਚੀਜ਼ ਦੇਖਦਾ ਕਈ ਵਾਰੀ ਸਾਹਮਣੇ ਆ ਜਾਂਦੀ, ਫਿਰ ਅਗਲਾ ਦੇਖ ਲੈਂਦਾ। ਬਹੁਤ ਸਾਰੇ ਨੇ ਜੀ ਇਸ ਤਰ੍ਹਾਂ, ਅੱਜ ਦਾ ਸਮਾਂ ਹੀ ਇਹੋ ਜਿਹਾ ਜੀ, ਮੀਡੀਆ ਦਾ ਯੁੱਗ ਹੈ ਵੀ ਜਿਹੜੀ ਚੀਜ਼ ਨਹੀਂ ਵੀ ਲੱਭਦੀ ਉਹ ਵੀ ਕਈ ਵਾਰੀ ਦਰਸ਼ਨ ਕਰਕੇ ਬੰਦਾ ਉੱਥੋਂ ਤੱਕ ਪਹੁੰਚਣ ਦਾ ਬਿਲਕੁਲ ਜੀ। ਸੋ ਉਹ ਵੀ ਯਤਨ ਕਰਦੇ ਆਉਣ ਵਾਲੇ ਸਮੇਂ 'ਚ। ਬਾਕੀ ਸੰਗਤ ਦੀ ਅਸੀਸ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਹੋਣੇ ਨੇ। ਸੋ ਇੰਨੀਆਂ ਬੇਨਤੀਆਂ ਦੇ ਨਾਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।